ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰਯੋਗ ਸੱਜਣਾਂ ਨੂੰ ਜੋ ਇਸ ਵਕਤ ਜੁੜੇ ਨੇ ਟਿਵਾਣਾ ਰੇਡੀਓ ਦੀਆਂ ਤਰੰਗਾਂ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਸੱਜਣਾਂ ਦਾ ਸਵਾਗਤ ਕਰਦਾ। ਤੇ ਸਾਡੇ ਪ੍ਰੋਗਰਾਮਾਂ ਦੀ ਸਮਾਂ ਸਾਰਣੀ ਕਿ ਭਾਰਤੀ ਸਮਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਪਟਿਆਲਾ ਸਟੂਡੀਓ ਤੋਂ ਲਗਾਤਾਰ ਸਵੇਰੇ ਸ਼ਾਮ 2-2 ਘੰਟੇ ਮੈਂ ਤੁਹਾਡੇ ਨਾਲ ਲਾਈਵ ਹੋਣਾ। ਇਸ ਦੌਰਾਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਸਾਧ ਸੁਰਿੰਦਰ ਸਿੰਘ ਵੀ ਆਪਣੇ ਨਾਲ ਜੁੜਦੇ ਨੇ। ਇਸ ਪ੍ਰੋਗਰਾਮ ਦੇ ਵਿੱਚ ਸਿਆਸਤ ਤੇ ਵਿਰਾਸਤ ਦੀ ਗੱਲ ਹੁੰਦੀ ਹੈ। ਤੇ ਅੱਜ ਤਾਰੀਖ ਹੈ 2 ਮਾਰਚ ਸਨ 2021 ਦਿਨ ਮੰਗਲਵਾਰ 19 ਫੱਗਣ ਨਾਨਕ ਸ਼ਾਹੀ ਸੰਮਤ 552 ਨੂੰ ਸ਼ਾਮ ਦਾ ਇਹ ਪ੍ਰੋਗਰਾਮ ਹੈ। ਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜਨਾ ਤਾਂ ਤੁਸੀਂ 9876309655 ਤੇ ਕਾਲ ਕਰ ਸਕਦੇ ਹੋ। ਵਟਸਐਪ ਕਾਲ ਵੀ ਕੀਤੀ ਜਾ ਸਕਦੀ ਹੈ। ਕੋਈ ਰਿਕਾਰਡਡ ਸੁਨੇਹਾ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨਾ ਚਾਹੁੰਦੇ ਹੋ ਤਾਂ ਉਹ ਸੁਨੇਹਾ ਵੀ ਤੁਸੀਂ ਰਿਕਾਰਡ ਕਰਕੇ ਛੱਡ ਸਕਦੇ ਹੋ। ਸਿਰਫ ਔਨ 에ਅਰ ਲਿਖ ਦਿਓ। ਉਸ ਤੁਹਾਡੇ ਸੁਨੇਹੇ ਨੂੰ ਅਗਲੇ ਪ੍ਰੋਗਰਾਮਾਂ ਦੇ ਵਿੱਚ ਜਾਂ ਸੇਮ ਪ੍ਰੋਗਰਾਮਾਂ ਦੇ ਵਿੱਚ ਰੇਡੀਓ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਦੇ ਵਾਸਤੇ ਤੁਸੀਂ ਟਿਵਾਣਾ ਰੇਡੀਓ ਜਿਹੜੀ ਸਾਡੀ ਵੈਬਸਾਈਟ ਹੈ tivanaradio.com 'ਤੇ ਵੀ ਜਾ ਸਕਦੇ ਹੋ। ਅਤੇ ਉੱਥੇ ਤੁਹਾਨੂੰ ਸਾਡੀਆਂ ਐਪਸ ਵੀ ਮਿਲਣਗੀਆਂ। ਐਂਡਰਾਇਡ ਅਤੇ ਆਈਫੋਨ ਐਪਸ ਨੇ, ਉਹ ਜ਼ਰੂਰ ਇੰਸਟਾਲ ਕਰੋ। ਅਤੇ ਇਸ ਦੇ ਨਾਲ ਨਾਲ ਅਮਰੀਕਾ ਦੇ ਵਿੱਚ ਅਗਰ ਇਹਨਾਂ ਪ੍ਰੋਗਰਾਮਾਂ ਨੂੰ ਸੁਣਨਾ ਤਾਂ ਫਿਰ ਕਾਲ ਟੂ ਲਿਸਨ ਨੰਬਰ ਹੈ 667-930-9260 ਯਾਨੀ ਕਿ 667-930-9260। ਇਸ ਨੰਬਰ ਦੇ ਜ਼ਰੀਏ ਕਾਲ ਕਰਕੇ ਵੀ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ। ਰਿਪੀਟ ਪ੍ਰੋਗਰਾਮ ਤੁਹਾਨੂੰ ਟਿਵਾਣਾ ਰੇਡੀਓ ਦੇ YouTube ਪੇਜ 'ਤੇ ਮਿਲਣਗੇ। ਸੋ ਪੇਜ ਸਬਸਕ੍ਰਾਈਬ ਕਰੋ, ਲਾਈਕ ਕਰੋ, ਬੈਲ ਆਈਕਨ ਦਬਾਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀਆਂ ਰਹਿਣ। ਅਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਂਸਰ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਸੰਪਰਕ ਐਡਰੈਸ ਲੈ ਸਕਦੇ ਹੋ। ਆਪਣੇ ਕਿਸੇ ਵਪਾਰ ਕਾਰੋਬਾਰ ਦੀ ਐਡਵਰਟਾਈਜ਼ ਕਰਨਾ ਹੋਵੇ ਤਾਂ ਵੀ ਆਪ ਦਾ ਸਵਾਗਤ ਹੈ। ਅਤੇ ਜੇ ਪ੍ਰੋਗਰਾਮਾਂ ਨੂੰ ਤੁਸੀਂ ਵੀ ਸਪੋਂਸਰ ਕਰਾਉਣਾ ਚਾਹੁੰਦੇ ਹੋ ਜਾਂ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹੋ ਤਾਂ ਵੀ ਤੁਹਾਡਾ ਮੰਥਲੀ ਸਬਸਕ੍ਰਿਪਸ਼ਨ 'ਤੇ ਵੀ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਿਆਸਤ ਦੀ ਗੱਲ ਬਾਅਦ 'ਚ ਕਰਾਂਗੇ। ਪਹਿਲਾਂ ਵਿਰਾਸਤ ਦੀ ਗੱਲ ਕਰਾਂਗੇ, ਕਾਮਰੂਪ ਦੇਸ਼ ਦੀ ਗੱਲ ਕਰਾਂਗੇ। ਇਹ ਕਾਮਰੂਪ ਅਸਾਮ ਜਿੱਥੇ ਅੱਜ ਕੱਲ੍ਹ ਇਲੈਕਸ਼ਨ ਪ੍ਰਿਅੰਕਾ ਗਾਂਧੀ ਗਈ ਹੋਈ ਹੈ, ਪ੍ਰਿਅੰਕਾ ਵਾਡਰਾ, ਉੱਥੇ ਕਮੱਖਿਆ ਮੰਦਰ ਵੀ ਹੈ, ਹਿੰਦੂ ਧਰਮ ਦਾ ਮਹਾਨ ਸਥਾਨ ਹੈ, ਪੁਰਾਤਨ ਮੰਦਰ ਹੈ। ਅਤੇ ਨਾਲ ਨਾਲ ਕਾਮਰੂਪ ਕਿੱਸਾ ਹੈ ਜਿਹੜਾ, ਉਸ ਦਾ ਵੀ ਜ਼ਿਕਰ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਵਿਰਾਸਤ ਦੀ ਗੱਲ ਕਰਾਂਗੇ। ਕਾਮਰੂਪ ਦੇ ਬਾਰੇ ਇਹ ਜਿਹੜੀਆਂ ਚੀਜ਼ਾਂ ਮਿਲਦੀਆਂ ਨੇ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਮਿੱਥਾਂ ਨੇ। ਹਾਲਾਂਕਿ ਸਾਡੇ ਜਿਹੜੇ ਪੁਰਾਤਨ ਗ੍ਰੰਥ ਨੇ ਜਿਵੇਂ ਪੁਰਾਣਾ ਨੇ, ਮਹਾਭਾਰਤ ਹੈ, ਉਸ ਦੇ ਵਿੱਚ ਇਸ ਪ੍ਰਦੇਸ਼ ਦਾ ਨਾਂ ਪ੍ਰਾਗ ਜੋਤਿਸ਼ ਲਿਖਿਆ ਮਿਲਦਾ। ਹੁਣ ਇਹ ਨਾ ਹੋਵੇ ਕਿ ਅਸਾਮ ਦਾ ਨਾਂ ਹੀ ਬਦਲ ਕੇ BJP ਵਾਲੇ ਪ੍ਰਾਗ ਜੋਤਿਸ਼ ਕਰ ਦੇਣ, ਜਿਸ ਤਰ੍ਹਾਂ ਸ਼ਹਿਰਾਂ ਦੇ ਨਾਮ ਬਦਲੇ ਜਾ ਰਹੇ ਨੇ। ਸੋ ਮਹਾਭਾਰਤ ਦੇ ਪੁਰਾਣ ਦੇ ਵਿੱਚ ਇਸ ਖਿੱਤੇ ਦਾ ਨਾਂ ਪ੍ਰਾਗ ਜੋਤਿਸ਼ ਕਿਹਾ ਜਾਂਦਾ, ਜਿਵੇਂ ਪ੍ਰਾਗ ਰਾਜ ਇਲਾਹਾਬਾਦ ਨੂੰ ਬਣਾ ਦਿੱਤਾ। ਸੋ ਮਹਾਭਾਰਤ ਦੇ ਵਿੱਚ ਤਾਂ ਇੱਥੇ ਨਾਰੀ ਰਾਜ ਹੋਣ ਬਾਰੇ ਵੀ ਸੰਕੇਤ ਹੈ ਕਿ ਇੱਥੇ ਔਰਤਾਂ ਦਾ ਰਾਜ ਸੀ। ਇਹ ਗੱਲ ਮਹਾਭਾਰਤ ਦੇ ਵਿੱਚ ਇਸ ਦਾ ਖੁਲਾਸਾ ਮਿਲਦਾ। 643 ਈਸਵੀ ਦੇ ਵਿੱਚ ਜਦੋਂ ਚੀਨ ਦਾ ਯਾਤਰੀ ਹਿਊਨ-ਸਾਂਗ ਆਪਾਂ ਸਾਰਿਆਂ ਨੇ ਪੜ੍ਹਿਆ ਹਿਸਟਰੀ ਦੇ ਵਿੱਚ, ਅਤੇ ਉਹ ਇਸ ਇਲਾਕੇ ਦੇ ਵਿੱਚ ਆਇਆ ਤਾਂ ਉਸ ਵਕਤ ਇਸ ਇਲਾਕੇ ਦਾ ਨਾਂ ਪ੍ਰਾਗ ਜੋਤਿਸ਼ ਨਹੀਂ ਸੀ। ਉਸ ਵਕਤ ਇਸ ਇਲਾਕੇ ਦਾ ਨਾਂ ਕਾਮਰੂਪ ਸੀ। ਇਹ ਹਿਊਨ-ਸਾਂਗ ਦੇ ਹਵਾਲਿਆਂ ਦੇ ਵਿੱਚ ਮਿਲਦਾ। ਸੰਭਵ ਹੈ ਕਿ ਮਹਾਭਾਰਤ ਯੁੱਗ ਤੱਕ ਇਸ ਖੇਤਰ ਦੇ ਵਿੱਚ ਜਿਹੜਾ ਪੁਰਾਣਾ ਨਾਂ ਪ੍ਰਾਗ ਜੋਤਿਸ਼ ਪ੍ਰਚਲਿਤ ਹੋਵੇ। ਹੌਲੀ ਹੌਲੀ ਮਗਰੋਂ ਕਮੱਖਿਆ ਦੇਵੀ ਦੀ ਪੂਜਾ ਦੀ ਪ੍ਰਧਾਨਤਾ ਸਦਕਾ ਇਹ ਕਾਮਾਖਿਆ ਤੋਂ ਕਾਮਰੂਪ ਹੋ ਗਿਆ ਹੋਵੇ। ਸੋ ਪੁਰਾਣਾ ਅਤੇ ਤੰਤਰਾਂ ਦੇ ਵਿੱਚ ਕਾਮਰੂਪ ਦਾ ਜ਼ਿਕਰ ਆਉਂਦਾ। ਪੁਰਾਣਾ ਦੇ ਅਨੁਸਾਰ ਜਿਹੜੇ ਹਿੰਦੂ ਧਰਮ ਦੇ ਪੁਰਾਣ ਨੇ ਉਹਨਾਂ ਦੇ ਵਿੱਚ ਇਸ ਨਗਰ ਦੀ ਸਥਾਪਨਾ ਨਰਕਾਸੁਰ ਨਾਂ ਦੇ ਇੱਕ ਪ੍ਰਤਾਪੀ ਪੁਰਾਣਕ ਰਾਜੇ ਨੇ ਕੀਤੀ ਸੀਗੀ। ਉਸ ਨੇ ਅਟਕਾਸੁਰ ਨਾਂ ਦੇ ਸ਼ਕਤੀਸ਼ਾਲੀ ਕਿਰਾਤ ਰਾਜੇ ਨੂੰ ਹਰਾ ਕੇ ਉਸ ਦਾ ਕਤਲ ਕੀਤਾ ਅਤੇ ਫਿਰ ਆਪਣਾ ਰਾਜ ਸਥਾਪਿਤ ਕੀਤਾ। ਪੁਰਾਣਾ ਦੇ ਅਨੁਸਾਰ ਨਾਨਕਸਰ ਪ੍ਰਾਗ ਜੋਤਿਸ਼ਪੁਰ ਜਾਣੀ ਕਿ ਗੁਹਾਟੀ ਜਿਸ ਤਰ੍ਹਾਂ ਇਸ ਦੀ ਰਾਜਧਾਨੀ ਹੈ, ਉੱਥੇ ਆਪਣੀ ਰਾਜਧਾਨੀ ਕਾਇਮ ਕਰਨ ਤੋਂ ਬਾਅਦ ਕਮੱਖਿਆ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਬ੍ਰਾਹਮਣਾਂ ਨੂੰ ਲਿਆ ਕੇ ਵਸਾਇਆ ਇਸ ਰਾਜੇ ਨੇ। ਹੁਣ ਗੁਹਾਟੀ ਕੀ ਹੈ? ਉਸ ਇਲਾਕੇ ਦੇ ਵਿੱਚ ਗੌਹਾਟੀ ਜਾਣੀ ਕਿ ਪਿੰਡ ਦੀ ਇੱਕ ਹੱਟੀ, ਵਪਾਰ ਦਾ ਛੋਟਾ ਜਿਹਾ ਕੇਂਦਰ ਸੀ। ਗੌਹਾਟੀ ਤੋਂ ਬਦਲ ਕੇ ਇਸ ਦਾ ਨਾਂ ਗੁਹਾਟੀ ਪਿਆ, ਜੋ ਅਸਾਮ ਦੀ ਕੈਪੀਟਲ ਹੈ, ਰਾਜਧਾਨੀ ਹੈ। ਸੋ ਵਿਸ਼ਨੂੰ ਦੀ ਨਰਕਾਸੁਰ ਉੱਤੇ ਕਿਰਪਾ ਦ੍ਰਿਸ਼ਟੀ ਸੀ ਅਤੇ ਉਹਨਾਂ ਨੇ ਨਰਕਾਸੁਰ ਨੂੰ ਕਮੱਖਿਆ ਦੀ ਉਪਾਸਨਾ ਕਰਨ ਦੀ ਪ੍ਰੇਰਨਾ ਕੀਤੀ। ਇਸ ਤੋਂ ਬਾਅਦ ਨਰਕਾਸੁਰ ਦੁਰਾਚਾਰੀ ਹੋ ਗਿਆ ਅਤੇ ਉਸਨੇ ਕਮੱਖਿਆ ਦੇਵੀ ਨੂੰ ਆਪਣੀ ਪਤਨੀ ਬਣਾਉਣਾ ਚਾਹਿਆ ਤਾਂ ਕ੍ਰਿਸ਼ਨ ਨੇ ਨਰਕਾਸੁਰ ਨੂੰ ਦੰਡ ਦੇਣ ਵਾਸਤੇ ਉਸ ਦੀ ਨਗਰੀ 'ਤੇ ਹੱਲਾ ਬੋਲਿਆ ਅਤੇ ਨਰਕਾਸੁਰ ਦਾ ਵੱਧ ਕੀਤਾ। ਅਤੇ ਇਹ ਜਾਣੀ ਕਿ ਕਾਮਰੂਪ ਦੇਸ਼ ਬਾਰੇ ਇਹ ਹਵਾਲੇ ਮਿਲਦੇ ਨੇ। ਅਤੇ ਇਸੇ ਤਰ੍ਹਾਂ ਇੱਕ ਜਿਹੜਾ ਕਾਮਰੂਪ ਕਿੱਸਾ ਹੈ, ਉਹ ਕਾਮਰੂਪ ਕਿੱਸਾ ਕੀ ਹੈ? ਇਹ ਵੀ ਮਤਲਬ ਕਾਮਰੂਪ ਦੇ ਨਾਲ ਸੰਬੰਧਿਤ ਇੱਕ ਕਿੱਸਾ ਹੈ।
ਸੰਗਲਾਦੀਪ ਦਾ ਇਲਾਕਾ ਇਸ ਦੇ ਵਿੱਚ ਆਉਂਦਾ ਜ਼ਿਕਰ। ਸੋ ਇਹ ਕਾਮਰੂਪ ਪੰਜਾਬੀ ਦੀ ਇੱਕ ਦੰਦ ਕਥਾ ਹੈ ਜਿਸ ਦੇ ਵਿੱਚ ਭਾਰਤੀ ਯੂਨਾਨੀ ਤੇ ਸਾਮੀ ਕਥਾਨਕ ਰੂੜੀਆਂ ਦੀ ਇੱਕ ਮਿੱਸੀ ਜਿਹੀ ਇਕਾਈ ਹੈ। ਜਾਣੀ ਇਹ ਜੋ ਕਾਮਰੂਪ ਦਾ ਕਿੱਸਾ ਇਹ ਯੂਨਾਨੀ, ਸਾਮੀ ਤੇ ਹੋਰ ਭਾਰਤੀ ਕਿੱਸਿਆਂ ਦੇ ਵਿੱਚ ਰਲਦੀ ਮਿਲਦੀ ਸਟੋਰੀ ਹੈ। ਸੋ ਸੁਭਾਅ ਦੇ ਪੱਖੋਂ ਇਹ ਕਹਾਣੀ ਦੰਦ ਕਥਾ ਨਾਲੋਂ ਪਰੀ ਕਥਾ ਦੇ ਕਹਾਣੀਆਂ ਦੇ ਜ਼ਿਆਦਾ ਨੇੜੇ ਹੈ। ਇਸ ਦੇ ਵਿੱਚ ਅਲੌਕਿਕ, ਪਰਾ ਸਰੀਰਕ ਤੇ ਅਦਭੁਤ ਅੰਸ਼ ਬਹੁਤਾਤ ਦੇ ਵਿੱਚ ਮਿਲਦੇ ਨੇ। ਇਹੋ ਕਾਰਨ ਹੈ ਕਿ ਇਹ ਕਾਮਰੂਪ ਦਾ ਕਿੱਸਾ ਕਾਫੀ ਮਹਾਨ ਹੋਇਆ। ਵਾਤਾਵਰਣ ਕਿਧਰੇ ਰਹੱਸਮਈ ਹੈ, ਕਿਧਰੇ ਰੋਮਾਂਚਕ ਹੈ ਤੇ ਇਹ ਕਥਾ ਪੰਜਾਬੀ ਦੇ ਵਿੱਚ ਹਿੰਦੀ ਦੇ ਪ੍ਰੇਮ ਆਖਿਆਨਾਂ ਦੇ ਪ੍ਰਭਾਵ ਹੇਠ ਲਿਖੀ ਗਈ। ਜਾਣੀ ਮੂਲ ਕਹਾਣੀ ਪੰਜਾਬੀ ਸੁਭਾਅ ਜਾਂ ਸੱਭਿਆਚਾਰ ਦੇ ਅਨੁਕੂਲ ਨਹੀਂ ਹੈ। ਸੋ ਜਿਹੜਾ ਬਿਹਾਰ ਦਾ ਇਲਾਕਾ ਸੀ, ਅਵਧ ਕਿਹਾ ਜਾਂਦਾ ਸੀ, ਜਿਸ ਨੂੰ ਅਵਧ ਦਾ ਜੋ ਰਾਜਾ ਸੀ ਗਣਪਤੀ ਦੇ ਪੁੱਤਰ ਕੰਵਰ ਕਾਮਰੂਪ ਆਪਣੇ 6 ਮਿੱਤਰਾਂ ਦੇ ਨਾਲ ਇੱਕ ਸੁਪਨੇ ਦੇ ਵਿੱਚ ਸੁੰਦਰੀ ਨੂੰ ਵੇਖਦਾ। ਉਹ ਸੁੰਦਰੀ ਦੀ ਖੋਜ ਦੇ ਵਿੱਚ ਉਹ ਨਿਕਲ ਜਾਂਦਾ। ਸੋ ਤੂਫਾਨ ਆਉਣ ਕਾਰਨ, ਉਹਨਾਂ ਦਾ ਜਹਾਜ਼ ਤਬਾਹ ਹੋਣ ਕਾਰਨ ਕਾਮਰੂਪ ਹੈ ਜਿਹੜਾ ਉਹ ਸਰਨਦੀਪ ਜਾ ਪਹੁੰਚਦਾ। ਇਸ ਦੀਪ ਦੇ ਵਿੱਚ ਤੀਵੀਆਂ ਦਾ ਰਾਜ ਹੈ। ਸੋ ਚੰਦਰਮੁਖੀ ਪਰੀ ਕਾਮਰੂਪ ਤੇ ਮੋਹਿਤ ਹੋ ਕੇ ਉਸ ਨੂੰ ਚੁੱਕ ਲੈ ਜਾਂਦੀ ਹੈ ਤੇ 1 ਸਾਲ ਤੱਕ ਆਪਣੇ ਕੋਲ ਰੱਖਦੀ ਹੈ। ਸੋ ਸਮੁੰਦਰੀ ਤੂਫਾਨ ਕਾਰਨ ਉਸਦੇ ਸਾਰੇ ਮਿੱਤਰ ਇੱਕ ਦੂਸਰੇ ਤੋਂ ਵਿਛੜ ਜਾਂਦੇ ਨੇ ਤੇ ਕਈ ਤਰ੍ਹਾਂ ਦੀਆਂ ਦਿੱਕਤਾਂ, ਦੁਸ਼ਵਾਰੀਆਂ ਦਾ ਸਾਹਮਣਾ ਕਰਦੇ ਬੜੀਆਂ ਅਜੀਬ ਪਰਿਸਥਿਤੀਆਂ ਦੇ ਵਿੱਚੋਂ ਲੰਘਦੇ ਨੇ ਤੇ ਅਖੀਰ ਇੱਕ ਜਗ੍ਹਾ ਉਹ ਇਕੱਠੇ ਹੋ ਜਾਂਦੇ ਨੇ। ਹੁਣ ਇਹ ਕਹਾਣੀਆਂ ਦਾ ਭਾਵੇਂ ਕੋਈ ਤਰਕ ਨਹੀਂ ਹੈ, ਕੋਈ ਆਧਾਰ ਨਹੀਂ ਹੈ, ਪਰ ਫਿਰ ਵੀ ਇਹ ਕਹਾਣੀਆਂ ਐਂਟਰਟੇਨ ਦੇ ਵਾਸਤੇ ਵਿਕਦੀਆਂ ਨੇ। ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਧਰਮ ਤੇ ਅਧਰਮ ਦੀ ਲੜਾਈ ਨੂੰ ਵੀ ਦਿਖਾਇਆ ਜਾਂਦਾ। ਹੁਣ ਤੁਸੀਂ ਵੇਖੋ, ਹੁਣ ਕਈ ਇਹ ਹੈ ਤਾਂ ਮਿੱਥਾਂ ਨੇ ਪਰ ਇਹ ਮਿੱਥਾਂ ਵਿਕਦੀਆਂ ਨੇ। ਲੌਜਿਕ ਵੀ ਕਿਤੇ ਕਿਤੇ ਹੁੰਦਾ ਪਰ ਇਸ ਦੇ ਵਿੱਚ ਮੂਲ ਰੂਪ ਦੇ ਵਿੱਚ ਧਰਮ ਅਧਰਮ ਦੀ ਲੜਾਈ ਜਾਂ ਨੇਕੀ ਤੇ ਬਦੀ ਨੂੰ ਉਭਾਰਿਆ ਜਾਂਦਾ। ਜਿਵੇਂ ਤੁਸੀਂ ਵੇਖੋ ਕਿ ਅੱਜ ਕੱਲ੍ਹ ਕਿਹੜਾ ਹਟ ਗਿਆ, ਹੈਰੀ ਪੋਟਰ ਨੇ ਸਭ ਤੋਂ ਜ਼ਿਆਦਾ ਕਮਾਈ ਕੀਤੀ ਹੈ। ਹੈਰੀ ਪੋਟਰ ਦੀਆਂ ਕਿੰਨੀਆਂ ਲੜੀਆਂ ਆ ਰਹੀਆਂ ਨੇ। ਸੋ ਇਸ ਤਰ੍ਹਾਂ ਦੀਆਂ ਮਤਲਬ ਹਾਲੀਵੁੱਡ ਤੱਕ ਦਾ ਜਿਹੜਾ ਬਿਜ਼ਨਸ ਕਾਰੋਬਾਰ ਹੈ ਉਹ ਇਹਨਾਂ 'ਤੇ ਹੈ। ਇੱਕ ਪਾਸੇ ਲੋਕ ਪੜ੍ਹਨੋਂ ਹਟ ਗਏ ਸੀ ਤੇ ਦੂਸਰੇ ਪਾਸੇ ਵੇਖੋ ਕਿ ਹੈਰੀ ਪੋਟਰ ਬੁੱਕਸ ਕਿੰਨੀਆਂ ਮਹਿੰਗੀਆਂ ਨੇ ਜਿਹੜੀਆਂ ਵਿਕੀਆਂ ਨੇ। ਸੋ ਇਸ ਤਰ੍ਹਾਂ ਦੀਆਂ ਮਿਥਿਕ ਚੀਜ਼ਾਂ ਇਹ ਨਹੀਂ ਕਿ ਸਾਡੇ ਸਮਾਜ 'ਚ ਹੀ ਨੇ, ਜਿਹੜੇ ਅਗਾਂਹ ਵਧੂ ਸਮਾਜ ਨੇ, ਕ੍ਰਿਸਚੈਨਿਟੀ ਆ ਜਾਂ ਹੋਰ ਨੇ, ਉਹਨਾਂ ਦੇ ਵਿੱਚ ਵੀ ਇਹ ਮਿਥਿਕ ਚੀਜ਼ਾਂ ਬਹੁਤ ਹੱਦ ਤੱਕ ਵਿਕਦੀਆਂ ਨੇ, ਚੱਲਦੀਆਂ ਨੇ। ਖੈਰ, ਸੋ ਕੰਵਰ ਕਾਮਰੂਪ ਲੰਮੀ ਸਾਧਨਾ ਦੇ ਨਾਲ ਰਾਜਕੁਮਾਰੀ ਕਾਮਲਤਾ ਨੂੰ ਅਖੀਰ ਪ੍ਰਾਪਤ ਕਰਨ ਦੇ ਵਿੱਚ ਸਫਲ ਹੋ ਜਾਂਦਾ। ਸੋ ਅਹਿਮਦ ਯਾਰ ਜਿਹੜਾ ਪੰਜਾਬੀ ਦਾ ਕਿੱਸਾ ਕਵੀ ਹੈ ਉਸਨੇ ਇਸ ਨੂੰ ਕਾਵਕ ਰੂਪ ਦਿੱਤਾ ਕਿ ਕਾਮਰੂਪ ਅਵਧ ਦੀ ਨਗਰੀ ਦੇ ਰਾਜੇ ਗਜਪਤੀ ਦਾ ਪੁੱਤਰ ਸੀ। ਸੋ ਜੋਤਸ਼ੀਆਂ ਨੇ ਕੁੰਡਲੀ ਵੇਖ ਕੇ ਦੱਸਿਆ ਕਿ ਜਦੋਂ ਇਹ ਜਵਾਨ ਹੋਏਗਾ ਤਾਂ ਇਹ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਗਿਆ ਕਿਸੇ ਮੁਟਿਆਰ ਦੇ ਇਸ਼ਕ ਦੇ ਵਿੱਚ ਫਸ ਜਾਵੇਗਾ। ਸੋ ਰਾਜੇ ਗਜਪਤੀ ਨੇ ਕਾਮਰੂਪ ਦੇ ਸ਼ਿਕਾਰ ਖੇਡਣ ਤੇ ਸ਼ਹਿਰ ਤੋਂ ਦੇ ਬਾਹਰ ਇੱਕ ਸੁੰਦਰ ਬਾਗ ਬਣਾ ਦਿੱਤਾ ਕਿ ਇਹ ਜਿਸ ਤਰ੍ਹਾਂ ਜੋਤਸ਼ੀ ਨੇ ਦੱਸਿਆ। ਸੋ ਇਹ ਕਹਾਣੀਆਂ ਬਾਅਦ ਦੇ ਵਿੱਚ ਘੜ ਲਈਆਂ ਜਾਂਦੀਆਂ ਨੇ, ਕੁਛ ਇਹਦੇ 'ਚ ਕਲਪਨਾ ਕਾਫੀ ਭਾਰੂ ਹੁੰਦੀ ਹੈ। ਸੋ ਸ਼ਹਿਰ ਤੋਂ 12 ਕੋ ਦੂਰ ਇੱਕ ਜਿਹੜਾ 12 ਕੋਹਾ ਬਾਗ ਬਣਾਇਆ ਗਿਆ ਤਾਂ ਜੋ ਪੁੱਤਰ ਜੰਗਲ 'ਚ ਨਾ ਜਾਵੇ, ਇੱਕ ਲਿਮਟਡ ਜਗ੍ਹਾ 'ਚ ਹੀ ਰਹੇ। ਸੋ ਕਾਮਰੂਪ ਦਾ ਦਿਲ ਪਰਚਾਉਣ ਦੇ ਲਈ ਕੁਝ ਸਾਥੀ ਦੋਸਤ ਉਸ ਦੇ ਨਾਲ ਰਹਿੰਦੇ ਤੇ ਇਹਨਾਂ ਦੇ ਵਿੱਚ ਇੱਕ ਮਿੱਤਰ ਚੰਦ ਜਾਣੀ ਕਿ ਵਜ਼ੀਰ ਦਾ ਲੜਕਾ ਪੰਡਤ ਵਿਦਿਆ ਚੰਦ ਸੀ ਜਿਹੜਾ ਉਹ ਜੌਹਰੀ ਦਾ ਪੁੱਤਰ ਸੀ, ਤੇ ਨਾਨਕ ਚੰਦ ਜੌਹਰੀ ਦਾ ਪੁੱਤਰ ਸੀ। ਧਨੰਤਰ ਵੈਦ ਸੀ ਤਾਂ ਜੋ ਜੇ ਕਿਤੇ ਲੋੜ ਪਵੇ। ਸੋ ਚਤਰਾਮਨ ਇੱਕ ਚਿੱਤਰਕਾਰ ਸੀ ਤੇ ਰੰਗ ਰੌਤ ਇੱਕ ਕਲੌਂਤ ਸੀਗਾ। ਸੋ ਇਹ ਉਸ ਦੇ ਦੋਸਤ ਸਨ। ਜਾਣੀ ਇੱਕ ਪਲੈਨਿੰਗ ਦੇ ਨਾਲ ਉਸ ਦਾ ਧਿਆਨ ਰੱਖਣ ਵਾਸਤੇ ਰਾਜੇ ਨੇ ਇਹ ਲੋਕ ਬੱਚੇ ਲਾਏ ਸਨ ਆਪਣੇ ਦੋਸਤਾਂ ਮਿੱਤਰਾਂ ਦੇ। ਤੇ ਇਹ ਸਾਰੇ ਕਿਸੇ ਨਾ ਕਿਸੇ ਵਿੱਦਿਆ ਦੇ ਵਿੱਚ ਪ੍ਰਵੀਨ ਸਨ, ਗੁਣੀ ਗਿਆਨੀ ਸਨ, ਤਾਂ ਜੋ ਉਸ ਰਾਜਕੁਮਾਰ ਗੌਤਮ ਨੂੰ ਅਗਰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਉਸ ਨੂੰ ਦੁਸ਼ਵਾਰੀ ਜਾਂ ਉਸ ਸਮੱਸਿਆ ਦੇ ਵਿੱਚੋਂ ਕੱਢ ਲੈਣ। ਤੇ ਇੱਕ ਦਿਨ ਇਸ ਰਾਜਕੁਮਾਰ ਗੌਤਮ ਨੇ ਸੁਪਨੇ ਦੇ ਵਿੱਚ ਇੱਕ ਰਾਜਕੁਮਾਰੀ ਕਾਮਲਤਾ ਨੂੰ ਵੇਖਿਆ। ਉਸ ਦਾ ਨਾਂ ਕਾਮਲਤਾ ਸੀਗਾ। ਸੋ ਉਸ ਦਾ ਨਾਂ ਕਾਮਲਤਾ ਸੀ, ਜਾਣੀ ਕਿ ਸੁੰਦਰਤਾ ਦੀ ਦੇਵੀ ਸੀ ਉਹ ਆਪਣੇ ਆਪ ਦੇ ਵਿੱਚ। ਤੇ ਗੌਤਮ ਸੁਪਨੇ ਦੇ ਵਿੱਚ ਉਸ ਨੂੰ ਵੇਖ ਕੇ, ਜਿਵੇਂ ਇਹੀ ਚੀਜ਼ ਤੁਸੀਂ ਵੇਖੋ ਕਿ ਰਾਂਝੇ ਤੇ ਹੀਰ ਦੇ ਕਿਸੇ 'ਚ ਵੀ ਆਉਂਦੀ ਹੈ ਕਿ ਰਾਂਝਾ ਸੁਪਨੇ ਦੇ ਵਿੱਚ ਹੀਰ ਨੂੰ ਦੇਖ ਕੇ ਮੋਹਿਤ ਹੋ ਗਿਆ। ਸੋ ਬਹੁਤ ਸਾਰੀਆਂ ਜਿਹੜੀਆਂ ਲਵ ਸਟੋਰੀ ਨੇ ਵਿਸ਼ਵ ਦੀਆਂ, ਉਹਨਾਂ ਦੇ ਵਿੱਚ ਇਹ ਚੀਜ਼ ਹੈ ਜਿਹੜੀ ਪਲਾਟ ਕੀਤੀ ਜਾਂਦੀ ਆ। ਇਹ ਇਸ ਸਟੋਰੀ ਦਾ ਕਿੱਸਿਆਂ ਦਾ ਪਲਾਟ ਹੁੰਦਾ ਜਿਸ 'ਤੇ ਕਿੱਸੇ ਸਿਰਜੇ ਜਾਂਦੇ ਨੇ। ਖੈਰ, ਜਦੋਂ ਉਸਨੂੰ ਸੁਪਨੇ ਦੇ ਵਿੱਚ ਕਾਮਲਤਾ ਦਿਸਦੀ ਹੈ ਤਾਂ ਉਹ ਉਸਦੇ ਵਾਸਤੇ ਬੇਬਲ ਹੋ ਜਾਂਦਾ। ਉਸਦੇ ਦਰਦ ਦੇ ਵਿੱਚ ਉਹ ਬਿਰਹਾ ਦੇ ਵਿੱਚ ਆ ਜਾਂਦਾ ਤੇ ਉਦਾਸ ਰਹਿੰਦਾ ਤੇ ਉਸਨੂੰ ਪ੍ਰਾਪਤ ਕਰਨ ਦੇ ਵਾਸਤੇ ਹਰ ਹੀਲਾ ਵਸੀਲਾ ਵਰਤਣ ਦੀ ਕੋਸ਼ਿਸ਼ ਕਰਦਾ। ਸੋ ਕਾਮਰੂਪ ਕਾਮਲਤਾ ਦੇ ਰੂਪ ਦੇ ਅਜਿਹਾ ਜਿਹੜਾ ਆਕਰਸ਼ਿਤ ਹੋਇਆ ਕਿ ਉਸਨੂੰ ਲੱਭਣ ਦੇ ਵਾਸਤੇ ਵਿਆਕਲ ਹੋ ਗਿਆ, ਪਰ ਉਸਨੂੰ ਰਾਜਕੁਮਾਰੀ ਦਾ ਕੋਈ ਨਾਮ ਪਤਾ ਨਹੀਂ ਸੀ ਦਿਸਦਾ। ਸੋ ਇਹ ਜਿਹੜਾ ਕਾਮਰੂਪ ਸੀ ਅੰਦਰੋਂ ਅੰਦਰ ਹੀ ਨਿਗਰਦਾ ਜਾ ਰਿਹਾ ਸੀ। ਸੋ ਰਾਜੇ ਨੇ
बड़े राजे गजपति ने अपने इस पुत्र कामरूप दे ਜਿਹੜੇ ਸੀ बड़े इलाज लूज कराए पर यह गल ना बनी। सो ਇਹ ਕਾਮਰੂਪ ਉਸ ਕਾਮਲਤਾ ਦੇ ਪਿਆਰ ਦੇ ਵਿੱਚ ਰਾਜੇ ਗੌਤਮ ਦਾ ਪੁੱਤਰ ਜਦੋਂ ਲੀਨ ਹੋ ਗਿਆ ਤੇ ਅਖੀਰ ਫਿਰ ਇੱਕ ਦਿਨ ਉਹ ਭਟਕਦਾ ਭਟਕਦਾ ਉਸ ਦੀ ਪ੍ਰਾਪਤੀ ਵਾਸਤੇ ਨਿਕਲ ਜਾਂਦਾ ਹੈ। ਰਾਜੇ ਨੇ ਕਾਮਰੂਪ ਦੀ ਮਨ ਦੀ ਸ਼ਾਂਤੀ ਵਾਸਤੇ ਬੜੇ ਪੁੰਨਦਾਨ ਕੀਤੇ, ਵਰਤ ਰਖਵਾਏ, ਬੜਾ ਕੁਛ ਕੀਤਾ। ਪਰ ਇੱਕ ਸਦਾ ਵਰਤ ਦੇ ਵਿੱਚ ਇੱਕ ਬੁੱਢਾ ਪੰਡਤ ਸਮੀਨ ਬਚਨ ਵੀ ਹਾਜ਼ਰ ਹੋਇਆ ਜੋ ਬਾਹਰਲੇ ਦੇਸ਼ਾਂ ਤੋਂ ਘੁੰਮ ਫਿਰ ਕੇ ਵਾਪਸ ਪਰਤਿਆ ਸੀ। ਉਸਨੇ ਰਾਜੇ ਨੂੰ ਦੱਸਿਆ ਕਿ ਘੁੰਮਦਾ ਫਿਰਦਾ ਉਹ ਇੱਕ ਟਾਪੂ ਸਗਲਾਦੀਪ ਗਿਆ ਜਿੱਥੋਂ ਦੇ ਰਾਜੇ ਛਤਰਪਤੀ ਦੀ ਖੂਬਸੂਰਤ ਲੜਕੀ ਕਾਮਲਤਾ ਸੁਪਨੇ ਦੇ ਵਿੱਚ ਇੱਕ ਸੁੰਦਰ ਰਾਜਕੁਮਾਰ ਨੂੰ ਵੇਖ ਕੇ ਉਸ ਦੇ ਨਾਲ ਪਿਆਰ ਕਰਨ ਲੱਗੀ ਹੈ। ਤੇ ਜਾਣੀ ਉਹ ਲਵ ਸਟੋਰੀ ਦੀ ਸ਼ੁਰੂਆਤ ਉਸ ਪੰਡਤ ਦੇ ਜ਼ਰੀਏ ਹੋ ਜਾਂਦੀ ਹੈ ਤੇ ਕਿ ਇੱਕ ਮਤਲਬ ਔਰਤ ਵੀ ਹੈ ਕਾਮਲਤਾ ਜੋ ਇਸੇ ਤਰ੍ਹਾਂ ਇੱਕ ਰਾਜਕੁਮਾਰ ਨੂੰ ਪਿਆਰ ਕਰਦੀ ਹੈ ਸੁਪਨੇ ਦੇ ਵਿੱਚ ਤੇ ਉਸਦੇ ਪਿਆਰ ਦੇ ਵਿੱਚ ਲੀਨ ਹੋ ਜਾਂਦੀ ਹੈ ਰਾਜੇ ਛਤਰਪਤੀ ਦੀ ਲੜਕੀ ਕਾਮਲਤਾ। ਇਹ ਜਿਹੜੀ ਜਾਣਕਾਰੀ ਪੰਡਤ ਸਮੀਤ ਨੇ ਉਸ ਨੂੰ ਦਿੱਤੀ। ਉਸ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਇਹ ਗੱਲ ਉਸ ਪੰਡਤ ਨੂੰ ਕਾਮਲਤਾ ਦੀ ਸਾਖੀ ਕਾਮਲਤਾ ਨੇ ਦੱਸੀ ਸੀਗੀ ਜਿਹੜੀ। ਤੇ ਸਮੀਤ ਬਚਨ ਕਾਮਰੂਪ ਦੀ ਸਾਰੀ ਸਾਖੀ ਉਸ ਪੰਡਤ ਕੋਲੋਂ ਸੁਣ ਕੇ ਸਮਝ ਜਾਂਦਾ ਤੇ ਕਾਮਰੂਪ ਨੂੰ ਰਾਜਕੁਮਾਰੀ ਬਾਰੇ ਦੱਸਦਾ। ਇਹ ਗੱਲ ਸੁਣ ਕੇ ਕਾਮਰੂਪ ਰਾਜੇ ਤੋਂ ਚੋਰੀ ਕਾਮਲਤਾ ਨੂੰ ਮਿਲਣ ਦੇ ਵਾਸਤੇ ਸਗਲਾਦੀਪ ਜਾਣ ਦੀਆਂ ਤਿਆਰੀਆਂ ਕਰਦਾ। ਰਾਜਾ ਉਸ ਨੂੰ ਪ੍ਰਦੇਸ਼ ਜਾਣੋਂ ਵਰਜਦਾ ਤੇ ਅਖੀਰ ਕਾਮਰੂਪ ਆਪਣੇ ਸਾਥੀ ਮਿੱਤਰ ਚੰਦ ਵਿਦਿਆ ਚੰਦ ਧਨੰਤਰ ਦੇ ਨਾਲ ਜਹਾਜ਼ ਦੇ ਵਿੱਚ ਬੈਠ ਕੇ ਸਗਲਾਦੀਪ ਰਵਾਨਾ ਹੁੰਦਾ ਹੈ ਤੇ ਬੁੱਢਾ ਪੰਡਤ ਸਮੀਤ ਬਚਨ ਵੀ ਉਹਨਾਂ ਦੇ ਨਾਲ ਚੱਲਦਾ। ਅਚਾਨਕ ਸਮੁੰਦਰ 'ਚ ਤੂਫਾਨ ਆਉਂਦਾ ਹੈ ਤੇ ਜਹਾਜ਼ ਤਬਾਹ ਹੋਣ ਦੇ ਨਾਲ ਕਾਮਰੂਪ ਦੇ ਉਸਦੇ ਸਾਥੀ ਵਿਛੜ ਜਾਂਦੇ ਨੇ ਤੇ ਉਹ ਤਖਤਿਆਂ ਤੇ ਲੱਕੜਦਿਆਂ ਤੇ ਚੜ੍ਹ ਕੇ ਇੱਕ ਦੂਸਰੇ ਤੋਂ ਉਸ ਕਿਸ਼ਤੀ ਜਾਂ ਬਾਦਵਾਨ ਜੋ ਵੀ ਹੁੰਦਾ ਉਸ ਤੇ ਨਿਖੜ ਜਾਂਦੇ ਨੇ। ਸੋ ਕਾਮਰੂਪ 3 ਦਿਨ ਲਗਾਤਾਰ ਸਮੁੰਦਰ ਦੇ ਵਿੱਚ ਤਖਤੇ ਤੇ ਭਟਕਦਾ ਅਖੀਰ ਸਹੀ ਸਲਾਮਤ ਕੰਢੇ ਤੇ ਜਾ ਲੱਗਦਾ ਤੇ ਕਾਮਰੂਪ ਦੇ ਨੇੜੇ ਇੱਕ ਸ਼ਹਿਰ ਆ ਜਿਹੜਾ ਉੱਥੇ ਉਹ ਜਾਂਦਾ ਹੈ ਤੇ ਇਹ ਸ਼ਹਿਰ ਜਨਾਨੀਆਂ ਦਾ ਸ਼ਹਿਰ ਹੈ ਤੇ ਤੀਵੀਆਂ ਦਾ ਰਾਜ ਹੈ ਤੇ ਸਾਰਾ ਵਪਾਰ ਤੀਵੀਆਂ ਹੀ ਚਲਾਉਂਦੀਆਂ ਨੇ। ਤੇ ਮੈਂ ਬੇਨਤੀ ਕਰਦਾ ਕਿ ਮੈਂ ਹੁਣ ਕੁਛ ਦੇਰ ਕਾਲ ਨਹੀਂ ਲੈ ਸਕਾਂਗਾ। ਖੈਰ ਤੇ ਇਸ ਦੌਰਾਨ ਇਹ ਜਨਾਨੀਆਂ ਦਾ ਯਾਨੀ ਕਿ ਔਰਤਾਂ ਦਾ ਸ਼ਹਿਰ ਹੈ। ਉਹੀ ਸਾਖੀ ਜਿਹੜੀ ਮਤਲਬ ਗੁਰੂ ਨਾਨਕ ਸਾਹਿਬ ਦੇ ਵਕਤ ਆਉਂਦੀ ਹੈ ਸਾਹਮਣੇ ਕਿ ਮਰਦਾਨੇ ਨੂੰ ਉਹਨਾਂ ਔਰਤਾਂ ਦੇ ਸ਼ਹਿਰ ਦੇ ਵਿੱਚ ਬੰਦੀ ਬਣਾ ਲਿਆ ਗਿਆ। ਸ਼ਹਿਰ ਦੇ ਵਿੱਚ ਓਪਰੇ ਮਰਦ ਨੂੰ ਵੇਖ ਕੇ 2 ਮੁਟਿਆਰਾਂ ਕਾਮਰੂਪ ਨੂੰ ਬੰਦੀ ਬਣਾ ਕੇ ਆਪਣੀ ਰਾਣੀ ਇੰਦਰਵਤੀ ਦੇ ਸਾਹਮਣੇ ਪੇਸ਼ ਕਰਦੀਆਂ ਨੇ। ਇੰਦਰਵਤੀ ਕਾਮਰੂਪ ਤੇ ਮੋਹਿਤ ਹੋ ਜਾਂਦੀ ਹੈ ਤੇ ਆਪਣੇ ਮਨ ਦੀ ਗੱਲ ਉਹ ਆਪਣੀ ਸਹੇਲੀ ਪਦਮਾਵਤੀ ਨਾਲ ਸਾਂਝੀ ਕਰਦੀ ਹੈ। ਸੋ ਕਾਮਰੂਪ ਇੰਦਰਾਵਤੀ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਹੈ ਤੇ ਕਾਮਰੂਪ ਨੂੰ ਇੱਕ ਵਾਰੀ ਸੁਪਨੇ ਦੇ ਵਿੱਚ ਫਿਰ ਕਾਮਲਤਾ ਦੇ ਦਰਸ਼ਨ ਆਉਂਦੇ ਨੇ ਤੇ ਸਵੇਰੇ ਸਵੇਰੇ ਇੰਦਰਵਤੀ ਦਾ ਮਹਿਲ ਛੱਡ ਕੇ ਉਹ ਬਾਹਰ ਉਜਾੜ ਵੱਲ ਨਿਕਲ ਤੁਰਦਾ ਹੈ ਤੇ ਥੱਕ ਕੇ ਇੱਕ ਦਰਖਤ ਹੇਠ ਲੰਮਾ ਪੈ ਜਾਂਦਾ ਹੈ। ਉੱਥੇ ਉਸ ਨੂੰ ਪਰੀਆਂ ਚੁੱਕ ਕੇ ਕੋਹ ਕਾਫ ਲੈ ਜਾਂਦੀਆਂ ਨੇ। ਸੋ ਉਹ ਬੋਲੀਆਂ 'ਚ ਵੀ ਆਉਂਦਾ ਨਾ ਕਿ ਕੋਹ ਕਾਫ ਦੀ ਹੂਰ ਹੈ ਨਾ। ਤੇ ਕਈ ਸਾਰੇ ਕਮੈਂਟ ਆ ਰਹੇ ਨੇ, ਮੈਂ ਬਾਅਦ ਦੇ ਵਿੱਚ ਪੜ੍ਹਾਂਗਾ। YouTube 'ਤੇ ਇਸ ਵਕਤ ਜਿਹੜੇ ਸੱਜਣ ਲਾਈਵ ਵੇਖ ਰਹੇ ਨੇ ਤੇ ਫੇਸਬੁੱਕ ਇਸ ਵਕਤ ਲਾਈਵ ਨਹੀਂ ਹੈ, ਮੈਂ ਮਾਫੀ ਚਾਹਾਂਗਾ। ਖੈਰ ਇਸ ਤੋਂ ਬਾਅਦ ਜਦੋਂ ਉਹ ਰਾਣੀ ਇੰਦਰਵਤੀ ਦਾ ਮਹਿਲ ਛੱਡ ਕੇ ਉਜਾੜ ਵੱਲ ਨਿਕਲਦਾ ਤੇ ਥੱਕ ਹਾਰ ਕੇ ਇੱਕ ਦਰਖਤ ਹੇਠ ਲੰਮਾ ਪੈਂਦਾ ਤੇ ਪਰੀਆਂ ਉਸ ਨੂੰ ਚੁੱਕ ਕੇ ਕੋਹ ਕਾਫ ਲੈ ਜਾਂਦੀਆਂ ਨੇ ਤੇ ਪਰੀਆਂ ਦੀ ਰਾਣੀ ਤਾਰਾਵਤੀ ਕਾਮਰੂਪ ਨੂੰ ਵੇਖਦੇ ਸਾਰ ਉਸ ਨੂੰ ਮੁਹੱਬਤ ਕਰਨ ਲੱਗ ਜਾਂਦੀ ਹੈ। ਤੇ ਇਸੇ ਦੌਰਾਨ ਫਿਰ ਜਿਹੜੀ ਇਸ ਕਾਮਰੂਪ ਤੇ ਕਾਮਲਤਾ ਦੀ ਕਹਾਣੀ ਅੱਗੇ ਵੱਧਦੀ ਹੈ ਤੇ ਸ਼ਾਹਪੁਰ ਤਾਰਾਵਤੀ ਦੀ ਮੰਗਣੀ ਵੇਲੇ ਦੋਵਾਂ ਦੇ ਦੇਸਾਂ ਦੇ ਰਾਜੇ ਸੁਧੀਰ ਦਿਓ ਦੇ ਨਾਲ ਦੇਵਾ ਦੇ ਰਾਜੇ ਸ਼ਾਹਪੁਰ ਤਾਰਾਵਤੀ ਦੀ ਮੰਗਣੀ ਦੇਵਾ ਦੇ ਰਾਜੇ ਸੁਧੀਰ ਦਿਓ ਦੇ ਨਾਲ ਤੈਅ ਹੋ ਚੁੱਕੀ ਸੀ ਤੇ ਕਾਮਰੂਪ ਨਾਲ ਤਾਰਾਵਤੀ ਦੇ ਇਸ਼ਕ ਦੀ ਗੱਲ ਸੁਧੀਰ ਕੋਲ ਪੁੱਜੀ ਤੇ ਉਸਨੇ ਅਸਲੀਅਤ ਜਾਣਨੀ ਚਾਹੀ। ਇੱਕ ਵਾਰ ਜਦੋਂ ਕਾਮਰੂਪ ਤੇ ਤਾਰਾਵਤੀ ਸ਼ਰਾਬ ਪੀ ਕੇ ਪਲੰਗ ਤੇ ਪਏ ਸਨ ਤਾਂ ਉਸ ਵਕਤ ਸੁਧੀਰ ਦਿਓ ਦੇ ਹੁਕਮ ਨਾਲ ਨੌਕਰਾਂ ਨੇ ਉਹਨਾਂ ਦਾ ਪਲੰਗ ਚੁੱਕਵਾ ਕੇ ਸੁਧੀਰ ਦਿਓ ਕੋਲ ਹਾਜ਼ਰ ਕੀਤਾ। ਕਾਮਰੂਪ ਸੁਧੀਰ ਦਿਓ ਨੂੰ ਅਸਲੀ ਗੱਲ ਦੱਸਦਾ ਤੇ ਸਾਰੀ ਗੱਲ ਜਾਣ ਕੇ ਸੁਧੀਰ ਦੀ ਆਗਿਆ ਨਾਲ ਨੌਕਰ ਕਾਮਰੂਪ ਨੂੰ ਦੂਰ ਦੇ ਇੱਕ ਬਾਗ ਦੇ ਵਿੱਚ ਛੱਡ ਕੇ ਆਉਂਦੇ ਨੇ ਤੇ ਇਸ ਬਾਗ ਦੇ ਵਿੱਚ ਅਜੀਬ ਕਿਸਮ ਦੇ ਇੱਕ ਟੰਗੇ ਰਾਖਸ਼ ਰਹਿੰਦੇ ਨੇ ਜਿਨ੍ਹਾਂ ਦੀ ਲੰਮੀ ਦਾੜੀ, ਸਿਰ ਉੱਤੇ ਪਗੜੀ ਤੇ ਉਹਨਾਂ ਨੂੰ ਹੋਰ ਡਰਾਉਣੇ ਅਦਭੁਤ ਬਣਾ ਦਿੰਦੀ ਹੈ। ਕਾਮਰੂਪ ਦਾ ਸਾਰਾ ਵਰਤਾਂਤ ਸੁਣ ਕੇ ਇੱਕ ਬਜ਼ੁਰਗ ਉਸ ਨੂੰ ਆਪਣੇ ਘਰ ਚੱਲਣ ਲਈ ਪ੍ਰੇਰਦਾ ਤੇ ਉਹ ਉੱਥੋਂ ਚੱਲ ਪੈਂਦੇ। ਪਰ ਉਹ ਸ਼ਖਸ ਇੱਕ ਟੰਗਾ ਹੋਣ ਕਰਕੇ ਠੀਕ ਤਰ੍ਹਾਂ ਤੁਰ ਨਹੀਂ ਸੀ ਸਕਦਾ ਤੇ ਕਾਮਰੂਪ ਉਸ ਨੂੰ ਆਪਣੇ ਕੰਧੇੜੇ ਤੇ ਚੁੱਕ ਲੈਂਦਾ
ਤੇ ਪਿੱਠ ਤੇ ਚੜ੍ਹਦੇ ਸਾਰ ਉਹ ਰਾਖਸ਼ ਆਪਣਾ ਰੰਗ ਵਿਖਾਉਂਦਾ ਤੇ ਰਾਖਸ਼ ਆਪਣੀ ਪੂੰਛ ਕੱਸ ਕੇ ਕਾਮਰੂਪ ਦੇ ਜਿਸਮ ਤੇ ਵੱਲ ਲੈਂਦਾ ਤੇ ਇੱਕ ਟੰਗਾ ਹਰ ਵੇਲੇ ਦਿਨ ਹੋਵੇ ਜਾਂ ਰਾਤ ਕਾਮਰੂਪ ਤੇ ਸਵਾਰ ਰਹਿੰਦਾ ਤੇ ਕਾਮਰੂਪ ਤੇ ਹੀ ਚੜ੍ਹਿਆ ਹੋਇਆ ਉਹ ਖਾਂਦਾ ਪੀਂਦਾ ਸੌਂਦਾ ਤੇ ਹਰ ਤਰ੍ਹਾਂ ਦੇ ਕਾਰਜ ਕਰਦਾ। ਸੋ ਇਸ ਇੱਕ ਟੰਗੇ ਰਾਖਸ਼ ਤੋਂ ਖਹਿੜਾ ਛੁਡਾਉਣ ਦੇ ਵਾਸਤੇ ਕਈ ਉਸਨੇ ਤਰਕੀਬਾਂ ਸੋਚੀਆਂ, ਪਰ ਸਾਰੀਆਂ ਵਿਅਰਥ। ਆਖਰ ਕਾਮਰੂਪ ਇੱਕ ਦਿਨ ਉਸ ਰਾਖਸ਼ ਨੂੰ ਅੰਗੂਰ ਦੀ ਸ਼ਰਾਬ ਪਿਆਉਂਦਾ ਜੋ ਉਸਨੂੰ ਬਹੁਤ ਪਸੰਦ ਹੈ। ਬੁੱਢਾ ਰਾਖਸ਼ ਇਹ ਖੁਸ਼ੀ ਸਭਨਾਂ ਨਾਲ ਸਾਂਝੀ ਕਰਨਾ ਚਾਹੁੰਦਾ। ਉਹ ਰਾਖਸ਼ਾਂ ਦੀ ਸਾਰੀ ਕੌਮ ਨੂੰ ਦਾਵਤ ਦਿੰਦਾ। ਇਸ ਗੱਲ ਦੀ ਪ੍ਰੇਰਨਾ ਕਾਮਰੂਪ ਨੇ ਹੀ ਉਸ ਨੂੰ ਦਿੱਤੀ ਸੀ। ਇਸ ਦਾਵਤ ਵਿੱਚ ਹਜ਼ਾਰਾਂ ਇੱਕ ਟੰਗੇ ਰਾਖਸ਼ ਆਦਮੀਆਂ ਦੀ ਪਿੱਠ ਤੇ ਸਵਾਰ ਹੋ ਕੇ ਉਸ ਕੋਲ ਪਹੁੰਚੇ। ਜਦੋਂ ਇੱਕ ਟੰਗੇ ਰਾਖਸ਼ ਸ਼ਰਾਬ ਦੇ ਵਿੱਚ ਚੂਰ ਹੋ ਗਏ ਤਾਂ ਕੰਵਰ ਨੇ ਸਭ ਆਦਮੀਆਂ ਨੂੰ ਸਮਝਾਇਆ ਕਿ ਹੁਣ ਇਹਨਾਂ ਨੂੰ ਹੇਠਾਂ ਵਗਾ ਸੁੱਟੋ ਤੇ ਜਾਨੋਂ ਮਾਰ ਦਿਓ। ਇਸ ਤਰ੍ਹਾਂ ਕਾਮਰੂਪ ਨੇ ਆਪਣੇ ਆਪ ਨੂੰ ਤੇ ਹੋਰ ਮਨੁੱਖਾਂ ਨੂੰ ਇੱਕ ਟੰਗੇ ਰਾਖਸ਼ਾਂ ਤੋਂ ਮੁਕਤ ਕਰਾਇਆ। ਜਾਣੀ ਇਹਦੇ 'ਚ ਕਲਪਨਾ ਦੀਆਂ ਬਹੁਤ ਉਡਾਰੀਆਂ ਨੇ। ਕਈ ਵਾਰੀ ਤੇ ਅਜੀਬ ਲੱਗਦਾ, ਪਰ ਇਹ ਚੀਜ਼ਾਂ ਵਿਕਦੀਆਂ ਨੇ ਕਿਉਂਕਿ ਕੁਛ ਲੋਕ ਇਹਨਾਂ ਨੂੰ ਸੁਣਨਾ ਚਾਹੁੰਦੇ ਨੇ। ਜਿਵੇਂ ਇਹਦੇ 'ਚ ਤੁਸੀਂ ਵੇਖੋ ਕਿ ਹੈਰੀ ਪੋਟਰ ਦੇ ਵਿੱਚ ਕੀ ਕੁਛ ਚੱਲਦਾ। ਤੇ ਛੁਟਕਾਰਾ ਪਾਉਣ ਵਾਲੇ ਆਦਮੀਆਂ ਦੇ ਵਿੱਚ ਕਾਮਰੂਪ ਦਾ ਦੋਸਤ ਮਿਹਤਰ ਚੰਦ ਵੀ ਸੀ। ਸੋ ਮੁਕਤੀ ਪਾਉਂਦੇ ਹੀ ਉਹ ਕਾਮਰੂਪ ਨੂੰ ਮਿਲਿਆ ਤੇ ਦੋਹਾਂ ਨੇ ਇੱਕ ਦੂਜੇ ਨੂੰ ਆਪਣੀ ਹੱਡ ਬੀਤੀ ਸੁਣਾਈ ਤੇ ਉੱਥੋਂ ਜਿੱਧਰ ਉਹ ਮੂੰਹ ਆਏ ਤੁਰ ਪਏ। ਤੇ ਚਲਦਿਆਂ ਰਾਹ ਵਿੱਚ ਉਹਨਾਂ ਨੂੰ ਇੱਕ ਤੋਤਾ ਮਿਲਿਆ ਜੋ ਕਾਮਰੂਪ ਦੇ ਹੱਥ ਤੇ ਆ ਬੈਠਾ ਸੀ ਤੇ ਕਾਮਰੂਪ ਤੇ ਉਸਦੇ ਮਿੱਤਰ ਇੱਕ ਨਦੀ ਦੇ ਕੰਢੇ ਆਰਾਮ ਕਰ ਰਹੇ ਸਨ। ਉਹ ਉੱਥੇ ਜਦੋਂ ਬੈਠੇ ਸਨ ਤਾਂ ਉੱਥੇ ਨਹਾਉਣ ਵਾਸਤੇ ਇੱਕ ਜੋਗੀ ਆਉਂਦਾ ਜੋ ਉਹਨਾਂ ਦੋਹਾਂ ਨੂੰ ਆਪਣੀ ਕੁਟੀਆ 'ਚ ਲੈ ਜਾਂਦਾ ਤੇ ਕੰਵਰ ਦੀ ਨਜ਼ਰ ਅਚਾਨਕ ਤੋਤੇ ਦੇ ਪੈਰਾਂ ਨਾਲ ਬੱਧੇ ਨੀਲੇ ਧਾਗੇ ਤੇ ਪੈਂਦੀ ਹੈ ਤੇ ਜਦੋਂ ਉਹ ਨੀਲਾ ਧਾਗਾ ਤੋੜਦਾ ਤਾਂ ਤੋਤੇ ਦੇ ਵਿੱਚੋਂ ਇੱਕ ਮਨੁੱਖੀ ਕਾਇਆ ਪ੍ਰਗਟ ਹੁੰਦੀ ਹੈ। ਇਹ ਸ਼ਖਸ ਕਾਮਰੂਪ ਦਾ ਹੀ ਸਾਥੀ ਪੰਡਤ ਵਿਦਿਆ ਚੰਦ ਸੀ ਜੋ ਤੂਫਾਨ ਵੇਲੇ ਕਾਮਰੂਪ ਤੋਂ ਵਿਛੜ ਗਿਆ ਸੀ ਤੇ ਦੇਵਾਂ ਦੀ ਨਗਰੀ ਦੇ ਵਿੱਚ ਜਾ ਪੁੱਜਾ ਸੀ। ਉੱਥੇ ਦੇਵ ਦੀ ਕਰੋਪੀ ਤੇ ਬਟੰਗੇ ਨੈਣ ਨਕਸ਼ਾਂ ਵਾਲੀ ਲੜਕੀ ਜੋ ਉਸ ਤੇ ਮੋਹਿਤ ਹੋ ਗਈ ਤੇ ਉਸਨੇ ਮੰਤਰ ਫੂਕ ਕੇ ਉਸ ਨੂੰ ਤੋਤਾ ਬਣਾ ਕੇ ਆਪਣੇ ਕੋਲ ਰੱਖ ਲਿਆ। ਜਾਣੀ ਕਿ ਇਹ 6 ਚੋਂ 3 ਦੋਸਤ ਇਕੱਠੇ ਹੋ ਗਏ ਤੇ ਜਦੋਂ ਜੋਗੀ ਪਰਤ ਕੇ ਆਉਂਦਾ ਉਹ 2 ਦੀ ਥਾਂ 3 ਆਦਮੀਆਂ ਨੂੰ ਵੇਖ ਕੇ ਹੈਰਾਨ ਰਹਿੰਦਾ ਤੇ ਕਾਮਰੂਪ ਨੇ ਉਸ ਨੂੰ ਸਾਰਾ ਕਿੱਸਾ ਦੱਸਿਆ ਕਿ ਇਸ ਤਰ੍ਹਾਂ ਤੋਤਾ ਸੀ ਜਿਹੜਾ ਮੈਂ ਉਹਦੀ ਪਹੁੰਚਿਆਂ 'ਚ ਪਾਇਆ ਧਾਗਾ ਤੋੜਿਆ। ਸੋ ਗੱਲਾਂ ਦੇ ਵਿੱਚ ਭੇਦ ਖੁੱਲ੍ਹਦਾ ਕਿ ਇਸੇ ਜੋਗੀ ਦੇ ਵਰ ਦੇ ਨਾਲ ਕਾਮਰੂਪ ਨੇ ਜਨਮ ਲਿਆ ਸੀ। ਸੋ ਜੋਗੀ ਕਾਮਰੂਪ ਨੂੰ ਕੁਝ ਮੰਤਰ ਸਿਖਾਉਂਦਾ ਤੇ ਵਿਦਾਇਗੀ ਵੇਲੇ ਕਾਮਰੂਪ ਨੂੰ ਇੱਕ ਪਾਰਸ ਪੱਥਰ ਦਿੰਦਾ ਤੇ ਤਿੰਨੋਂ ਸਾਥੀ ਉਸ ਜੋਗੀ ਨੂੰ ਅਲਵਿਦਾ ਕੇ ਹਰਿਦੁਆਰ ਪਹੁੰਚਦੇ ਨੇ। ਹੁਣ ਤੁਸੀਂ ਵੇਖੋ ਕਿ ਕਿੱਥੇ ਉਹ ਸਗਲਾਦੀਪ ਦਾ ਇਲਾਕਾ ਤੇ ਕਿੱਥੇ ਹਰਿਦੁਆਰ। ਇਹਦੇ 'ਚ ਲੜੀ ਨਹੀਂ ਜੁੜਦੀ, ਮਤਲਬ ਬਹੁਤ ਲੰਮੀ ਕਲਪਨਾ ਇਸ ਦੇ ਵਿੱਚ ਹੁੰਦੀ ਹੈ। ਸੋ ਤੂਫਾਨ ਦੇ ਵਕਤ ਕਾਮਰੂਪ ਦੇ ਹੋਰ 2 ਸਾਥੀ ਧਨੰਤਰ ਵੈਦ ਤੇ ਚਤਰਾਮਨ ਉਸ ਦੇ ਨਾਲੋਂ ਵਿਛੜ ਗਏ ਤੇ ਉਹਨਾਂ ਵੀ ਕਈ ਮੁਸੀਬਤਾਂ 'ਚ ਆ ਗਈਆਂ। ਧਨੰਤਰ ਇੱਕ ਤਖਤੇ ਤੇ ਤੈਰਦਾ ਹੋਇਆ ਇੱਕ ਹੋਰ ਜਹਾਜ਼ ਦੇ ਨੇੜੇ ਪਹੁੰਚਿਆ। ਉਸ ਜਹਾਜ਼ ਦਾ ਮਾਲਕ ਬੁੱਧਨਿਧ ਦੀ ਨਜ਼ਰ ਜਦੋਂ ਧਨੰਤਰ ਤੇ ਪੈ ਗਈ ਤੇ ਉਸਨੇ ਆਪਣੀ ਨੌਕਰ ਦੀ ਮਦਦ ਨਾਲ ਰੱਸਾ ਸੁੱਟ ਕੇ ਧਨੰਤਰ ਨੂੰ ਜਹਾਜ਼ ਤੇ ਚੜਾ ਲਿਆ। ਬੁੱਧਨਿਧ ਨੇ ਉਸ ਦਾ ਇਲਾਜ ਕੀਤਾ ਤੇ ਮੁੜ ਨਵਾਂ ਨਰਵਾਇਆ। ਬੁੱਧਨਿਧ ਅਸਲ ਦੇ ਵਿੱਚ ਸਗਲਾਦੀਪ ਦਾ ਨਿਵਾਸੀ ਸੀ ਤੇ ਧਨੰਤਰ ਦਾ ਵਿਸ਼ਵਾਸ ਸੀ ਕਿ ਕਾਮਰੂਪ ਉਸ ਨੂੰ ਸਗਲਾਦੀਪ ਦੇ ਵਿੱਚ ਮਿਲੇਗਾ। ਸੋ ਉਹ ਉਹਨਾਂ ਦੇ ਨਾਲ ਸਗਲਾਦੀਪ ਜਾ ਪੁੱਜਾ। ਸੋ ਸਗਲਾਦੀਪ ਦੇ ਵਿੱਚ ਜਿੱਥੇ ਇਸ ਕਾਮਰੂਪ ਤੇ ਕਾਮਲਤਾ ਦੀ ਮੁਹੱਬਤ ਦਾ ਕਿੱਸਾ ਚੱਲ ਰਿਹਾ ਸੀਗਾ ਤੇ ਕਈ ਹਕੀਮਾਂ ਨੇ ਉਸ ਨੂੰ ਬਿਮਾਰ ਸਮਝ ਕੇ ਉਸ ਦਾ ਇਲਾਜ ਕੀਤਾ ਤੇ ਉਸ ਦੇ ਵਿੱਚ ਰਤਾ ਵੀ ਫਰਕ ਨਾ ਪਿਆ। ਫਿਰ ਧਨੰਤਰ ਨੇ ਉਸ ਦਾ ਇਲਾਜ ਸ਼ੁਰੂ ਕੀਤਾ। ਇੱਕ ਹੋਰ ਸਾਥੀ ਸੀ ਜਿਹੜਾ ਚਤਰਾਮਨ ਤੂਫਾਨ ਦੇ ਵਿੱਚ ਭਟਕਦਾ ਇੱਕ ਤਖਤੇ ਤੇ ਤੈਰਦਾ ਹੋਇਆ ਕਿਸੇ ਬਾਗ ਦੇ ਕੰਢੇ ਜਾ ਲੱਗਾ ਤੇ ਬਾਗ ਦੇ ਮਾਲੀ ਨੇ ਉਸ ਨੂੰ ਬਾਹਰ ਕੱਢਿਆ ਤੇ ਆਪਣੇ ਕੋਲ ਰੱਖ ਲਿਆ। ਤੇ ਇਸ ਦੌਰਾਨ ਫਿਰ ਜਿਹੜਾ ਚਤਰਾਮਨ ਸੀਗਾ ਉਹ ਚਿੱਤਰਕਾਰ ਸੀ ਤੇ ਵਿਹਲਾ ਸਮਾਂ ਗੁਜ਼ਾਰਨ ਦੇ ਲਈ ਦੁਪਹਿਰੀ ਕਾਮਰੂਪ ਤੇ ਉਸਦੇ ਸਾਥੀਆਂ ਦੇ ਚਿੱਤਰ ਬਣਾਉਂਦਾ ਰਹਿੰਦਾ ਸੀ। ਇਹ ਬਾਗ ਰਾਜੇ ਦਾ ਸੀ ਤੇ ਰਾਜੇ ਕੀਚਪਤੀ ਨੇ ਤਸਵੀਰਾਂ ਵੇਖੀਆਂ ਤੇ ਉਹਨਾਂ ਦੀ ਕਲਾ ਦੀ ਤਾਰੀਫ ਕੀਤੀ ਤੇ ਉਸ ਨੂੰ ਰਾਜੇ ਛਤਰਪਤੀ ਪਾਸ ਸਗਲਾਦੀਪ ਭੇਜ ਦਿੱਤਾ। ਇਹ ਰਾਜਾ ਕਲਾ ਦਾ ਰਸਿਆ ਸੀ। ਕੁਝ ਦਿਨਾਂ ਮਗਰੋਂ ਇਹ ਚਿੱਤਰਕਾਰ ਚਤਰਾਮਨ ਬਿਮਾਰ ਪੈ ਗਿਆ ਤੇ ਉਸ ਨੇ ਇਲਾਜ ਲਈ ਧਨੰਤਰ ਨੂੰ ਬੁਲਾਇਆ ਤੇ ਦੋਹਾਂ ਨੇ ਇੱਕ ਦੂਜੇ ਨੂੰ ਪਹਿਚਾਣ ਲਿਆ। ਉਧਰ ਜਿਹੜੀ ਕਾਮਲਤਾ ਸੀ ਕਾਮਰੂਪ ਦੀ ਪ੍ਰੇਮਿਕਾ, ਉਹ ਪ੍ਰੇਮ ਰੋਗ ਦੇ ਵਿੱਚ ਆਤੁਰ ਸੀ। ਧਨੰਤਰ ਨੇ ਉਸ ਨੂੰ ਬਾਗ ਦੇ ਵਿੱਚ ਸੈਰ ਕਰਨ ਦੀ ਸਲਾਹ ਦਿੱਤੀ ਕਿਉਂਕਿ ਧਨੰਤਰ ਉਸ ਦਾ ਇਲਾਜ ਕਰਦਾ ਸੀ। ਸੋ ਚਤਰਾਮਨ ਨੇ ਕਾਮਰੂਪ ਦੀਆਂ ਕਈ ਤਸਵੀਰਾਂ ਬਣਾਈਆਂ। ਇੱਕ ਤਸਵੀਰ ਉਸਨੇ ਕਾਮਰੂਪ ਦੀ ਸੰਗਤ ਵਿੱਚ ਧਨੰਤਰ ਨੂੰ ਬੈਠੇ ਵਿਖਾਇਆ। ਇਹ ਚਿੱਤਰ ਵੇਖ ਕੇ ਕਾਮਲਤਾ ਨੂੰ ਸਮਝ ਆ ਗਈ ਕਿ ਧਨੰਤਰ ਤੇ ਚਤਰਾਮਨ ਦੋਵੇਂ ਕਾਮਰੂਪ ਦੇ ਸਾਥੀ ਨੇ। ਜਦੋਂ ਕਾਮਲਤਾ ਨੂੰ ਸਾਰੀ ਗੱਲ ਪਤਾ ਲੱਗੀ, ਉਸ ਲੜਕੀ ਕਾਮਲਤਾ ਨੂੰ, ਸ਼ਹਿਜ਼ਾਦੀ ਨੂੰ, ਤਾਂ ਉਸ ਨੇ ਚਤਰਾਮਨ ਨੂੰ ਕਾਮਰੂਪ ਦੀ ਖੋਜ ਦੇ ਵਿੱਚ ਭੇਜਿਆ ਤੇ ਚਤਰਾਮਨ ਕਈ ਥਾਂ ਭਟਕਦਾ ਹੋਇਆ ਅਖੀਰ ਹਰਿਦੁਆਰ ਪੁੱਜਾ ਤੇ ਉੱਥੇ ਵੀ ਉਸ ਨੂੰ ਨਿਰਾਸ਼ਤਾ ਦਾ ਮੂੰਹ ਦੇਖਣਾ ਪਿਆ ਤੇ ਆਖਰ ਤੰਗ ਪੈ ਕੇ ਚਤਰਾਮਨ ਨੇ ਦਰਿਆ 'ਚ ਛਾਲ ਮਾਰ ਦਿੱਤੀ। ਪਰ ਕਾਮਰੂਪ ਦੇ ਸਾਥੀ
ਮਿਹਰ ਚੰਦ ਨੇ ਉਸ ਨੂੰ ਡੁੱਬਣੋਂ ਬਚਾ ਲਿਆ ਤੇ ਇਸ ਚਿਤਰਾਮਨ ਦਾ ਮੇਲ ਕਾਮਰੂਪ ਦੇ ਨਾਲ ਹੋ ਗਿਆ ਤੇ ਚਿਤਰਾਮਨ ਨੇ ਕਾਮਰੂਪ ਦੀ ਕਾਮਲਤਾ ਵੱਲੋਂ ਭੇਜੀ ਹੋਈ ਇੱਕ ਮੁੰਦਰੀ ਉਸ ਨੂੰ ਦਿੱਤੀ। ਇੰਨੀ ਦਿਨੀ ਕਾਮਰੂਪ ਨੂੰ ਪੈਸੇ ਦੀ ਸਖਤ ਲੋੜ ਸੀ, ਸੋ ਉਸਨੇ ਆਪਣੇ ਡੋਲੇ ਨਾਲ ਬੱਝੇ ਹੋਏ ਲਾਲ ਸੀ ਜਿਹੜੇ ਜਿਵੇਂ ਹੀਰੇ ਲਾਲ ਜਵਾਹਰਾਤ ਹੁੰਦੇ ਆ, ਚਿਤਰਾਮਨ ਦੇ ਹੱਥ ਹਰਿਦੁਆਰ ਦੇ ਇੱਕ ਜੌਹਰੀ ਪਿਰਥੀਪਤ ਕੋਲ ਵੇਚਣ ਲਈ ਭੇਜੇ। ਸੋ ਪਿਰਥੀਪਤ ਉਹ ਲਾਲ ਇੱਕ ਹੋਰ ਜੌਹਰੀ ਨਾਨਕ ਚੰਦ ਨੂੰ ਵਿਖਾਉਣ ਦੇ ਲਈ ਗਿਆ। ਸੋ ਨਾਨਕ ਚੰਦ ਨੇ ਫਿਰ ਚਿਤਰਾਮਨ ਨੂੰ ਪਹਿਚਾਣ ਲਿਆ ਕਿ ਇਹ ਤਾਂ ਉਹੀ ਮੇਰਾ ਪੁਰਾਣਾ ਸਾਥੀ ਹੈ। ਸੋ ਇਸ ਤਰ੍ਹਾਂ ਨਾਨਕ ਚੰਦ ਵੀ ਆਪਣੇ ਇਹਨਾਂ ਸਾਥੀਆਂ ਦੇ ਨਾਲ ਕਾਮਰੂਪ ਦੇ ਦੋਸਤਾਂ ਨਾਲ ਮਿਲਿਆ। ਸੋ ਇੱਕ ਵਾਰੀ ਰਾਜੇ ਦੇ ਰੰਗ ਤਮਾਸ਼ੇ ਦੀ ਜਦੋਂ ਸਭਾ ਲੱਗੀ, ਦਰਬਾਰ ਸਜਿਆ ਤੇ ਉਸ ਦੇ ਵਿੱਚ ਕਾਮਰੂਪ ਵੀ ਉੱਥੇ ਆ ਗਿਆ ਤਾਂ ਉਸ ਦਾ ਮੇਲ ਕਲੌਂਤ ਨਾਲ ਹੋ ਜਾਂਦਾ। ਇਸ ਤਰ੍ਹਾਂ ਸਾਰੇ ਪੁਰਾਣੇ ਸਾਥੀ ਮੁੜ ਕੇ ਇਕੱਠੇ ਹੋ ਜਾਂਦੇ ਨੇ, 6 ਦੇ 6। ਸੋ ਇਨੀ ਦਿਨੀ ਕਾਮਰੂਪ ਦੇ ਉਸਦੇ ਸਾਥੀ ਰਾਜੇ ਪ੍ਰਿਥੀਪਤ ਕੋਲ ਰਹਿ ਰਹੇ ਸਨ ਤਾਂ ਜਦੋਂ ਜਗਨਨਾਥ ਦੇ ਰਾਜੇ ਝੱਜਰ ਸਿੰਘ ਨੇ ਧਾਵਾ ਬੋਲਿਆ, ਪਰ ਕਾਮਰੂਪ ਤੇ ਉਸਦੀ ਬੜੀ ਬਹਾਦਰੀ ਨਾਲ ਲੜਦੇ ਹੋਏ ਝੱਜਰ ਸਿੰਘ ਦੀ ਸੈਨਾ ਨੂੰ ਮਾਰ ਦਿੰਦੇ ਨੇ। ਤੇ ਹੁਣ ਕਾਮਰੂਪ ਰਾਜੇ ਪ੍ਰਿਥੀ ਦੀ ਆਗਿਆ ਲੈ ਕੇ ਸਾਥੀਆਂ ਸਮੇਤ ਸਗਲਾਦੀਪ ਵੱਲ ਨੂੰ ਰਵਾਨਾ ਹੁੰਦਾ ਹੈ ਤੇ 10 ਦਿਨਾਂ ਦਾ ਲੰਮਾ ਸਫ਼ਰ ਝਾਕ ਕੇ ਉਹ ਸਗਲਾਦੀਪ ਪਹੁੰਚਦਾ ਤੇ ਇੱਕ ਬਾਗ ਦੇ ਵਿੱਚ ਡੇਰੇ ਜਮਾਉਂਦਾ। ਤੇ ਤਨੰਤਰ ਕਾਮਲਤਾ ਉਸ ਸ਼ਹਿਜ਼ਾਦੀ ਕਾਮਲਤਾ ਦਾ ਇਲਾਜ ਨਹੀਂ ਕਰ ਸਕਿਆ, ਇਸ ਕਰਕੇ ਰਾਜੇ ਨੇ ਉਸ ਨੂੰ ਵੀ ਛੁੱਟੀ ਦੇ ਦਿੱਤੀ। ਕਾਮਲਤਾ ਨੂੰ ਮਿਲਣ ਦੇ ਲਈ ਕਾਮਰੂਪ ਕੋਲ ਕੋਈ ਤਰਕੀਬ ਨਹੀਂ ਸੀ ਬਣ ਰਹੀ। ਉਸਨੇ ਸੋਚਿਆ ਉਹ ਵਿਦਿਆ ਚੰਦ ਪੰਡਤ ਦੇ ਪੈਰਾਂ ਦੇ ਵਿੱਚ ਉਹ ਧਾਗਾ ਬੰਨ੍ਹ ਕੇ ਉਸ ਨੂੰ ਫਿਰ ਤੋਤਾ ਬਣਾ ਦਿੰਦਾ ਤੇ ਤੋਤਾ ਉੱਡਦਾ ਹੋਇਆ ਫਿਰ ਕਾਮਲਤਾ ਕੋਲ ਪੁੱਜਦਾ ਹੈ ਤੇ ਕਾਮਲਤਾ ਉਸ ਤੋਤੇ ਨੂੰ ਫੜ ਕੇ ਖੇਡਣ ਲੱਗਦੀ ਹੈ ਤੇ ਉਸ ਦੀ ਨਜ਼ਰ ਤੋਤੇ ਦੇ ਪੈਰਾਂ ਦੇ ਵਿੱਚ ਬੱਧੇ ਨੀਲੇ ਧਾਗੇ ਤੇ ਪੈਂਦੀ ਹੈ ਤੇ ਧਾਗਾ ਖੋਲਣ ਦੇ ਨਾਲ ਪੰਡਤ ਆਪਣੇ ਅਸਲੀ ਕਾਇਆ ਦੇ ਵਿੱਚ ਆ ਜਾਂਦਾ ਤੇ ਪੰਡਤ ਕਾਮਲਤਾ ਨੂੰ ਕਾਵਿ ਰੂਪ ਦੇ ਆਉਣ ਦੀ ਦੱਸ ਪਾਉਂਦਾ। ਜਾਣੀ ਕਿ ਤੋਤਾ ਉਹ ਮੈਸੇਂਜਰ ਬਣ ਗਿਆ। ਮਤਲਬ ਸਟੋਰੀ ਰਾਈਟਰ ਦੀ ਕਲਪਨਾ ਵੇਖੋ, ਕਿੱਸਾਕਾਰ ਦੀ ਕਲਪਨਾ ਵੇਖੋ, ਹੈ ਨਾ। ਤੇ ਉਧਰ ਰਾਜੇ ਨੇ ਕਾਮਲਤਾ ਦੇ ਸਵੰਬਰ ਦਾ ਫੈਸਲਾ ਕਰ ਲਿਆ, ਕਾਮਲਤਾ ਦੇ ਪਿਤਾ ਨੇ, ਤੇ ਸਵੰਬਰ ਦੇ ਵਿੱਚ ਕੁਝ ਦਿਨ ਬਾਕੀ ਸੀ। ਸੋ ਨੀਲਾ ਧਾਗਾ ਪੈਰ ਦੇ ਵਿੱਚ ਬੰਨਣ ਕਰਕੇ ਪੰਡਤ ਫਿਰ ਤੋਤਾ ਬਣ ਕੇ ਉੱਡ ਜਾਂਦਾ ਤੇ ਕਾਮਲਤਾ ਦਾ ਸੁਨੇਹਾ ਕਾਮਰੂਪ ਨੂੰ ਜਾ ਕੇ ਦਿੰਦਾ ਤੇ ਕਾਮਰੂਪ ਕਾਮਲਤਾ ਨੂੰ ਮੁੜ ਸੁਨੇਹਾ ਭੇਜਦਾ ਤੇ ਸਵੰਬਰ ਵਾਲੇ ਦਿਨ ਜੋਗੀ ਦੇ ਰੂਪ ਦੇ ਵਿੱਚ ਉਹ ਹਾਜ਼ਰ ਹੋਵੇਗਾ ਤੇ ਸੱਜੇ ਪਾਸੇ ਧਨੰਤਰ ਵੈਦ, ਖੱਬੇ ਪਾਸੇ ਸੀਮਤ ਬਚਨ ਪੰਡਤ ਸੀ ਜਿਹੜਾ ਸੀਮਤ ਬਚਨ ਪੰਡਤ ਤੇ ਕਲੌਂਤ ਹੋਣਗੇ ਤੇ ਉਸਦੇ ਹੱਥਾਂ ਦੇ ਵਿੱਚ ਤੋਤਾ ਹੋਵੇਗਾ, ਉਹੀ ਜੋ ਕਾਮਲਤਾ ਕੋਲ ਆਇਆ ਸੀ। ਤੇ ਸਵੰਬਰ ਦੇ ਵਕਤ ਕਾਮਲਤਾ ਤੋਤੇ ਦੀਆਂ ਦੱਸੀਆਂ ਨਿਸ਼ਾਨੀਆਂ ਦੇ ਆਧਾਰ ਤੇ ਕਾਮਰੂਪ ਨੂੰ ਪਛਾਣ ਲੈਂਦੀ ਹੈ ਤੇ ਉਸ ਉੱਤੇ ਕੁੰਗੂ ਦਾ ਛਿੱਟਾ ਮਾਰਦੀ ਹੈ ਤੇ ਉਸ ਦੇ ਗਲ ਦੇ ਵਿੱਚ ਫੁੱਲਾਂ ਦਾ ਹਾਰ ਜਾਣੀ ਸਵੰਬਰ ਵਾਲਾ ਹਾਰ ਪਾ ਦਿੰਦੀ ਹੈ। ਇਹ ਵੇਖ ਕੇ ਰਾਜਾ ਛਤਰਪਤੀ ਉਸਦਾ ਪਿਓ ਬੜਾ ਪਰੇਸ਼ਾਨ ਹੁੰਦਾ ਤੇ ਉਹ ਸਮਝਦਾ ਕਿ ਅੱਧ ਸੁਰਤੀ ਦੀ ਹਾਲਤ ਦੇ ਵਿੱਚ ਕਾਮਲਤਾ ਨੇ ਕਾਮਰੂਪ ਦੇ ਗਲ ਦੇ ਵਿੱਚ ਹਾਰ ਪਹਿਨਾ ਦਿੱਤਾ, ਜਾਣੀ ਕਿ ਉਸਦੀ ਬੇਟੀ ਨੇ ਜਿਹੜੀ ਅੱਧ ਬੇਹੋਸ਼ੀ ਦੀ ਹਾਲਤ ਦੇ ਵਿੱਚ ਇਹ ਆਪਣਾ ਪਤੀ ਚੁਣਿਆ। ਸੋ ਰਾਜੇ ਨੇ ਇਹ ਰਿਸ਼ਤਾ ਪ੍ਰਵਾਨ ਨਾ ਕੀਤਾ ਤੇ ਦੂਜੀ ਵਾਰੀ ਕਾਮਲਤਾ ਨੂੰ ਫਿਰ ਸਵੰਬਰ ਦੇ ਵਾਸਤੇ ਹਾਰ ਪਾਉਣ ਦੇ ਲਈ ਉਹਨਾਂ ਸਾਰੇ ਰਾਜਿਆਂ ਦੇ ਜੋ ਵਾਰਸ ਸੀਗੇ ਜਾਂ ਰਾਜੇ ਸੀ ਜਾਂ ਯੁਵਰਾਜ ਸੀ ਉਹਨਾਂ ਦੀ ਚੋਣ ਕਰਨ ਦੇ ਲਈ ਆਖਿਆ ਤੇ ਦੂਜੀ ਵਾਰ ਵੀ ਕਾਮਲਤਾ ਨੇ ਕਾਮਰੂਪ ਦੇ ਗਲ ਦੇ ਵਿੱਚ ਹੀ ਹਾਰ ਪਾਇਆ ਤਾਂ ਵੀ ਗੱਲ ਨਾ ਬਣੀ। ਫਿਰ ਤੀਜੀ ਵਾਰ ਕਾਮਲਤਾ ਨੂੰ ਚੋਣ ਕਰਨੀ ਕਿਹਾ, ਪਰ ਇਸ ਵਾਰੀ ਵੀ ਉਸਨੇ ਕਾਮਰੂਪ ਦੇ ਗਲ ਦੇ ਵਿੱਚ ਹਾਰ ਪਾ ਕੇ ਉਸ ਨੂੰ ਆਪਣਾ ਪਤੀ ਪ੍ਰਵਾਨ ਕੀਤਾ। ਇਸ ਤੇ ਰਾਜਾ ਛਤਰਪਤੀ ਬੜਾ ਕ੍ਰੋਧ ਦੇ ਵਿੱਚ ਆਇਆ ਤੇ ਉਸਨੇ ਜੋਗੀ ਦੇ ਰੂਪ ਦੇ ਵਿੱਚ ਉੱਥੇ ਬੈਠੇ ਕਾਮਰੂਪ ਨੂੰ ਇੱਕ ਖੂਹ ਦੇ ਵਿੱਚ ਕੈਦ ਕਰ ਦਿੱਤਾ ਤੇ ਕਾਮਲਤਾ ਨੂੰ ਸਖੀਆਂ ਸਮੇਤ ਮਹਿਲ ਦੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਤੇ ਕਾਮਰੂਪ ਕੋਲ ਹਰਮਦਿਓ ਦਾ ਇੱਕ ਵਾਲ ਸੀ। ਉਹ ਵਾਲ ਮੇਤਰ ਚੰਦ ਨੇ ਅੱਗੋਂ ਕਾਮਰੂਪ ਨੂੰ ਦਿੱਤਾ ਸੀ ਤੇ ਉਸ ਵਾਲ ਦੇ ਧੋਖਣ ਦੇ ਨਾਲ ਹਰਮਦਿਓ ਫੌਰਨ ਹਾਜ਼ਰ ਹੋ ਜਾਂਦਾ ਤੇ ਕਾਮਰੂਪ ਨੂੰ ਖੂਹ ਦੇ ਵਿੱਚੋਂ ਬਾਹਰ ਕੱਢ ਕੇ ਉਸ ਨੂੰ 200 ਕੋਹ ਦੂਰ ਲੈ ਜਾਂਦਾ। ਦਿਓ ਦੀ ਮਦਦ ਨਾਲ ਇੱਕ ਵੱਡਾ ਲਸ਼ਕਰ ਇਕੱਠਾ ਕਰਕੇ ਸਗਲਾਦੀਪ ਤੇ ਧਾਵਾ ਬੋਲਦਾ ਤੇ ਲਸ਼ਕਰ ਦੇ ਖਰਚੇ ਦਾ ਬੋਝ ਉਠਾਉਣ ਦੇ ਲਈ ਫਿਰ ਕਾਮਰੂਪ ਪਾਰਸ ਪੱਥਰ ਜਿਹੜਾ ਉਹ ਲੈ ਕੇ ਗਿਆ ਸੀ ਡੋਲੇ ਨਾਲ ਬੰਨ੍ਹ ਕੇ ਤੇ ਉਹ ਉਸ ਪਾਰਸ ਦੇ ਨਾਲ ਲੋਹੇ ਨੂੰ ਸੋਨਾ ਬਣਾ ਕੇ ਬਾਜ਼ਾਰ ਦੇ ਵਿੱਚ ਵੇਚਦਾ। ਜਾਣੀ ਕਿ ਉਹ ਪਾਰਸ ਵਾਲੀ ਕਹਾਣੀ ਫਿਰ ਇਸ ਤਰ੍ਹਾਂ ਹੈ ਜਿਹੜੀ ਕਿ ਉਹ ਲੋਹੇ ਨੂੰ ਸੋਨਾ ਬਣਾ ਕੇ, ਹਾਲਾਂਕਿ ਪਾਰਸ ਜਿਹੜਾ ਹੈਗਾ ਇਹ ਵੀ ਆਪਣੇ ਆਪ ਦੇ ਵਿੱਚ ਮਿੱਥ ਹੈ, ਇਸ ਦੇ ਵਿੱਚ ਕੋਈ ਬਹੁਤੀ ਪਾਰਸ ਦੇ ਵਿੱਚ ਸੱਚਾਈ ਨਹੀਂ ਹੈ। ਪ੍ਰੇਮ ਲਹਿਲ ਜੀ ਕਹਿੰਦੇ ਕਿਹੜੇ ਚੱਕਰਾਂ 'ਚ ਪੈ ਗਏ, ਅਨੁਵਾਦ ਕੀਤੀਆਂ ਉਹ ਕਹਾਣੀਆਂ 'ਚ ਉਹ ਗੱਲ ਨਹੀਂ ਹੁੰਦੀ ਜਿਹੜੀ ਅਸਲੀ ਕਿੱਸਿਆਂ 'ਚ ਹੁੰਦੀ ਹੈ। ਹਾਂ, ਇਹ ਗੱਲ ਠੀਕ ਹੈ ਪ੍ਰੇਮ ਲਹਿਲ ਜੀ, ਤੁਹਾਡਾ ਮੈਂ ਪੜ੍ਹ ਰਿਹਾ, ਪਰ ਇਹਦੇ ਵਿੱਚ ਕਿੱਸਿਆਂ ਦੇ ਵਿੱਚ ਜੋ ਮੈਂ ਪੜ੍ਹ ਰਿਹਾ ਕੁਝ ਫਿਗਰ ਤੇ ਫੈਕਟ ਦੇ ਨਾਲ ਪੜ੍ਹ ਰਿਹਾ ਤੇ ਜਿਹੜੇ ਕਿੱਸੇ ਨੇ ਉਹਨਾਂ ਦੇ ਵਿੱਚ ਰੌਚਕਤਾ ਬਹੁਤ ਜ਼ਿਆਦਾ ਭਰੀ ਹੁੰਦੀ ਹੈ। ਠੀਕ ਹੈ ਕਿ ਉਹਦੇ 'ਚ ਕਾਵ
ਬੰਦੀ ਹੁੰਦੀ ਕਿ ਕੀਤਾ ਹੁੰਦਾ, ਉਸਨੂੰ ਕਾਬੱਧ ਕੀਤਾ ਹੁੰਦਾ, ਪਰ ਉਹਦੇ ਵਿੱਚ ਜਿਹੜਾ ਰੋਮਾਂਸਵਾਦੀ ਅੰਸ਼ ਹੈ ਨਾ ਉਹ ਜ਼ਿਆਦਾ ਪਾਇਆ ਹੁੰਦਾ। ਅਸਲ ਦੇ ਵਿੱਚ ਜੇ ਵੇਖਿਆ ਜਾਵੇ ਇਹ ਕਿਸੇ ਇੱਕ ਐਂਟਰਟੇਨ ਦਾ ਸਾਧਨ ਨੇ, ਇਹ ਅੱਜ ਵੀ ਵਿਕਦੇ ਨੇ। ਹੁਣ ਹੈਰੀ ਪੋਟਰ ਦਾ ਜਿਹੜਾ ਸੀ ਕਿੰਨਾ ਕਰੋੜਾਂ ਅਰਬਾਂ ਦਾ ਬਿਜ਼ਨਸ ਕੀਤਾ ਉਹ ਇਸ ਤਰ੍ਹਾਂ ਦਾ, ਉਸ ਤੋਂ ਪ੍ਰਭਾਵਿਤ ਹੋ ਕੇ ਹੋਰ ਬਹੁਤ ਸਾਰੀਆਂ ਕਿਤਾਬਾਂ ਆ ਰਹੀਆਂ ਨੇ। ਲੋਕ ਐਂਟਰਟੇਨ ਕਰਨਾ ਚਾਹੁੰਦੇ ਆ ਅਤੇ ਵੇਖਦਾ ਅਗਲਿਆਂ ਦਾ। ਬਹੁਤ ਸਾਰੀਆਂ ਫਿਲਮਾਂ ਵੇਖੋ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਬੇਲੋੜਾ ਆਕਰਸ਼ਿਤ ਕਰਦੀਆਂ ਨੇ, ਜਿਨ੍ਹਾਂ ਦਾ ਕੋਈ ਤਰਕ ਨਹੀਂ ਹੁੰਦਾ। ਖੈਰ, ਪਰ ਇਹ ਸਾਰੇ ਕੁਝ ਦੱਸਣ ਦਾ ਮਤਲਬ ਸੀਗਾ ਕਿ ਅਸਾਮ ਦੇ ਨਾਲ ਜਾਂ ਇਸ ਕਾਮਰੂਪ ਦੇ ਕਿੱਸੇ ਦੇ ਨਾਲ, ਮਤਲਬ ਪੰਜਾਬੀ ਦੇ ਵਿੱਚ ਇਹ ਕਿੱਸੇ ਦਾ ਆਉਣਾ ਇੱਕ ਐਂਟਰਟੇਨ ਸੀਗਾ ਜੋ MGR ਨੇ ਲਿਖਿਆ ਸੀ, ਪਰ ਪੰਜਾਬ ਦੇ ਮੁਤਾਬਕ ਇਹ ਸਾਰੀਆਂ ਚੀਜ਼ਾਂ ਨਹੀਂ ਆ। ਨਾ ਹੀ ਚਲੋ ਨਾ ਤਾਂ ਮਿਲ ਜਾਂਦੇ ਨੇ, ਪਰ ਐਂਟਰਟੇਨ ਦਾ ਇਸ ਤਰ੍ਹਾਂ ਦੀਆਂ, ਮਤਲਬ ਹਰ ਦੁਨੀਆ ਦੇ ਜਿਹੜੇ ਬਹੁਤ ਸਾਰੇ ਕਿੱਸੇ ਨੇ ਉਹਨਾਂ ਦੇ ਵਿੱਚੋਂ ਕੁਝ ਗੱਲਾਂ ਕੱਢ ਕੇ ਉਸ ਵਕਤ ਜਿਹੜੇ ਸਿਆਣੇ ਲੋਕ ਸੀ, ਲੇਖਕ ਲੋਕ ਸੀਗੇ, ਉਹ ਕਾਪੀ ਪੇਸਟ ਕਰਦੇ ਹੁੰਦੇ ਸੀ ਇਹਨਾਂ ਚੀਜ਼ਾਂ ਨੂੰ। ਖੈਰ, ਤੇ ਕਈ ਇਹਨਾਂ ਨੂੰ ਸੱਚਾਈ ਮੰਨ ਲੈਂਦੇ ਨੇ, ਤੇ ਇਸੇ ਤਰ੍ਹਾਂ ਸਮਾਂ ਪਾ ਕੇ ਫਿਰ ਇਹ ਜਿਹੜੇ ਪਾਤਰ ਨੇ ਉਹ ਅਸਲੀ ਬਣ ਜਾਂਦੇ ਨੇ। ਜਿਵੇਂ ਹੀਰ ਰਾਂਝਾ, ਮਿਰਜ਼ਾ ਸਾਹਿਬਾਂ, ਸੱਸੀ ਪੁੰਨੂ, ਕਿਤੇ ਇਹਨਾਂ ਕਿੱਸਿਆਂ ਨੂੰ ਭਾਈ ਗੁਰਦਾਸ ਨੇ ਵੀ ਇਹਨਾਂ ਦੇ ਪ੍ਰਸੰਗ ਦੇ ਵਿੱਚ ਲਿਖਿਆ, ਸੱਸੀ ਪੁੰਨੂ ਦੋਸਤੀ। ਖੈਰ, ਤੇ ਆਪਣੀ ਗੱਲਬਾਤ ਚੱਲ ਰਹੀ ਸੀਗੀ ਬਾਈ ਜੀ ਹੋਰਾਂ ਦੇ ਇਸ ਕਮੈਂਟ ਤੋਂ। ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ ਤਰੰਗਾਂ ਨੂੰ ਮਾਣਦੇ ਹੋਏ ਇਸ ਵਕਤ ਤੁਸੀਂ ਜੁੜੇ ਹੋ ਟਿਵਾਣਾ ਰੇਡੀਓ ਦੇ ਨਾਲ, ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ। ਮੈਂ ਪਰਮਿੰਦਰ ਸਿੰਘ ਟਿਵਾਣਾ। ਪ੍ਰੋਗਰਾਮ ਦੀ ਰੂਪ ਰੇਖਾ ਦਾ ਮੈਂ ਜ਼ਿਕਰ ਕਰਦਾ ਕਿ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਪ੍ਰੋਗਰਾਮ ਹੁੰਦਾ ਹੈ, ਜਿਸ ਦੇ ਵਿੱਚ ਸਿਆਸਤ ਤੇ ਵਿਰਾਸਤ ਦੀ ਗੱਲ ਹੁੰਦੀ ਹੈ। ਤੇ ਸਾਰਾ ਦਿਨ ਸਿਆਸਤ ਦੀਆਂ ਗੱਲਾਂ ਸੁਣ ਕੇ ਵੀ ਮਨ ਅੱਕ ਜਾਂਦਾ ਹੈ, ਪਰ ਸਾਡੀ ਵਿਰਾਸਤ ਦੇ ਵਿੱਚ ਕੀ ਕੁਝ ਹੈ ਸਾਨੂੰ ਇਸ ਦੇ ਬਾਰੇ ਵੀ ਥੋੜ੍ਹਾ ਵਾਬਸਤਾ ਹੋਣਾ ਚਾਹੀਦਾ, ਜਾਣਕਾਰੀ ਇਹਨਾਂ ਚੀਜ਼ਾਂ ਦੀ ਲੈਣੀ ਚਾਹੀਦੀ ਹੈ ਜੇ ਤੁਸੀਂ ਪਸੰਦ ਕਰਦੇ ਹੋ ਤਾਂ। ਤੇ ਖੈਰ, ਆਪਣੀ ਗੱਲਬਾਤ ਚੱਲ ਰਹੀ ਸੀ ਕਿ ਜਦੋਂ ਕਾਮਰੂਪ ਤੇ ਉਸਦੇ ਸਾਥੀ ਰਾਜੇ ਪ੍ਰਿਥੀਪਾਲ ਕੋਲ ਰਹੇ ਤਾਂ ਜਗਨਨਾਥ ਦੇ ਰਾਜੇ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਜਗਨਨਾਥ ਦਾ ਰਾਜਾ ਸੀ ਝੱਜਰ ਸਿੰਘ, ਪਰ ਕਾਮਰੂਪ ਦੇ ਉਸਦੇ ਸਾਥੀ ਬੜੀ ਬਹਾਦਰੀ ਨਾਲ ਲੜੇ ਤੇ ਝੱਜਰ ਸਿੰਘ ਦੀ ਸੈਨਾ ਨੂੰ ਮਾਰ ਭਜਾਇਆ। ਹੁਣ ਕਾਮਰੂਪ ਦੇ ਰਾਜੇ ਪ੍ਰਿਥੀਪਤ ਦੀ ਆਗਿਆ ਲੈ ਕੇ ਸਾਥੀਆਂ ਸਮੇਤ ਉਹ ਸਗਲਾਦੀਪ ਨੂੰ ਰਵਾਨਾ ਹੁੰਦੇ ਨੇ ਤੇ 10 ਦਿਨ ਦਾ ਸਫ਼ਰ ਕਰਕੇ ਉਹ ਇੱਕ ਡੇਰੇ ਦੇ ਵਿੱਚ ਜਾਂਦੇ ਨੇ। ਵੈਸੇ ਉਸ ਦੇ ਵਿੱਚ ਤੁਸੀਂ ਵੇਖੋ ਕਿ ਨਾਂ ਕਈ ਵਾਰੀ ਬੜੇ ਅਜੀਬ ਜਿਹੇ ਆਉਂਦੇ ਨੇ, ਝੱਜਰ ਸਿੰਘ, ਜਗਨਨਾਥ ਦਾ ਰਾਜਾ। ਹਾਲਾਂਕਿ ਹਿਸਟਰੀ ਦੇ ਵਿੱਚ ਮੈਂ ਵੇਖਿਆ ਕਿ ਜਗਨਨਾਥ ਦਾ ਝੱਜਰ ਸਿੰਘ ਰਾਜੇ ਦਾ ਕੋਈ ਬਹੁਤਾ ਹਵਾਲਾ ਮੈਨੂੰ ਨਹੀਂ ਮਿਲਿਆ। ਖੈਰ, ਆਪਣੀ ਗੱਲਬਾਤ ਚੱਲ ਰਹੀ ਸੀ ਸਵੰਬਰ ਤੇ ਕਿ 3 ਵਾਰ ਇਹ ਸਾਰੀਆਂ ਲੜਾਈਆਂ ਲੜਨ ਤੋਂ ਬਾਅਦ ਜਦੋਂ ਸਵੰਬਰ ਦੇ ਵਿੱਚ ਪਹੁੰਚਦੇ ਨੇ ਤੇ ਕਾਮਰੂਪ ਜਦੋਂ ਕਾਮਲਤਾ ਦੇ ਸਵੰਬਰ ਦੇ ਵਿੱਚ ਪਹੁੰਚਦਾ, ਕਿਉਂਕਿ ਉਸ ਤੋਤੇ ਦੇ ਜ਼ਰੀਏ ਉਸਨੂੰ ਸਾਰਾ ਕੁਝ ਦੱਸਿਆ ਹੁੰਦਾ ਹੈ, ਤੇ ਉਹ ਤਿੰਨੋਂ ਹੀ ਵਾਰ ਜਿਹੜਾ ਹੈਗਾ ਸਵੰਬਰ ਦੇ ਵਿੱਚ ਜਿਹੜਾ ਹੈਗਾ ਕਾਮਰੂਪ ਨੂੰ ਆਪਣੇ ਪਤੀ ਦੇ ਰੂਪ ਦੇ ਵਿੱਚ ਚੁਣਦੀ ਹੈ। ਤੇ ਰਾਜੇ ਨੇ ਜਦੋਂ ਰਿਸ਼ਤਾ ਨਾ ਪ੍ਰਵਾਨ ਕੀਤਾ ਤੇ ਰਾਜੇ ਨੇ ਆਪਣੀ ਬੇਟੀ ਤੇ ਉਸ ਦੀਆਂ ਸਖੀਆਂ ਨੂੰ ਕੈਦ ਕਰ ਲਿਆ, ਇੱਕ ਕਮਰੇ ਦੇ ਵਿੱਚ ਤਾੜ ਦਿੱਤਾ। ਤੇ ਇਸ ਦੌਰਾਨ ਰਾਜਾ ਬੜਾ ਕ੍ਰੋਧ ਦੇ ਵਿੱਚ ਆ ਗਿਆ, ਸੋ ਉਸਨੇ ਜੋਗੀ ਦੇ ਰੂਪ ਦੇ ਵਿੱਚ ਉੱਥੇ ਬੈਠੇ ਕਾਮਰੂਪ ਨੂੰ ਇੱਕ ਖੂਹ ਦੇ ਵਿੱਚ ਕੈਦ ਕਰ ਦਿੱਤਾ। ਤੇ ਉਸ ਕੋਲ ਫਿਰ ਉੱਥੋਂ ਨਿਕਲਣ ਦਾ ਕੀ ਜ਼ਰੀਆ ਹੁੰਦਾ? ਫਿਰ ਇੱਥੇ ਵੀ ਕਲਪਨਾ, ਇਮੈਜੀਨੇਸ਼ਨ ਦਾ ਅਖੀਰ। ਸੋ ਕਾਮਰੂਪ ਕੋਲ ਹਦਮ ਦਿਓ ਦਾ ਇੱਕ ਵਾਲ ਸੀ ਜੋ ਦਿਓ ਨੇ ਮਿਹਤਰ ਚੰਦ ਉਸਦੇ ਸਾਥੀ ਨੂੰ ਦਿੱਤਾ ਸੀ। ਉਹ ਵਾਲ ਮਿਹਤਰ ਚੰਦ ਨੇ ਅੱਗੋਂ ਕਾਮਰੂਪ ਨੂੰ ਦਿੱਤਾ। ਉਸ ਵਾਲ ਦੇ ਧੁਖਾਣ ਦੇ ਨਾਲ ਹਦਮ ਦਿਓ ਫੌਰਨ ਹਾਜ਼ਰ ਹੋ ਜਾਂਦਾ, ਜਿਵੇਂ ਔਲਾਦੀਨ ਦਾ ਚਿਰਾਗ ਹੁੰਦਾ ਨਾ ਆਪਣੇ। ਸੋ ਉਸ ਦਿਓ ਨੇ ਹਾਜ਼ਰ ਹੋ ਕੇ ਕਾਮਰੂਪ ਨੂੰ ਖੂਹ ਦੇ ਵਿੱਚੋਂ ਕੱਢ ਦਿੱਤਾ ਤੇ ਉਸ ਨੂੰ 200 ਕੋਹ ਦੂਰ ਲੈ ਗਿਆ। ਦਿਓ ਦੀ ਮਦਦ ਨਾਲ ਇੱਕ ਵੱਡਾ ਇਕੱਠ ਕਰਕੇ ਸਗਲਦੀਪ ਤੇ ਫਿਰ ਇਹਨਾਂ ਨੇ ਧਾਵਾ ਬੋਲਿਆ ਤੇ ਲਸ਼ਕਰ ਦੇ ਸਾਰੇ ਖਰਚੇ ਦਾ ਸੈਨਾ ਦਾ ਬੋਝ ਉਠਾਉਣ ਲਈ ਕਾਮਰੂਪ ਨੇ ਉਹ ਪਾਰਸ ਪੱਥਰ ਦੀ ਮਦਦ ਨਾਲ ਲੋਹੇ ਨੂੰ ਸੋਨਾ ਬਣਾ ਕੇ ਬਾਜ਼ਾਰ ਦੇ ਵਿੱਚ ਵੇਚਿਆ। ਅਖੀਰ ਲੜਾਈ ਦੇ ਵਿੱਚ ਕਾਮਲਤਾ ਦਾ ਪਿਤਾ ਤੇ ਉਸ ਖਿੱਤੇ ਦਾ ਰਾਜਾ ਚਤਰਪਤੀ ਹਾਰ ਜਾਂਦਾ, ਸਗਲਾਦੀਪ ਦਾ ਰਾਜਾ। ਤੇ ਕਾਮਰੂਪ ਰਾਜਾ ਚਤਰਪਤੀ ਦੀ ਅੱਗੇ ਆਪਣੀ ਅਸਲੀਅਤ ਪ੍ਰਗਟ ਕਰਦਾ ਕਿ ਮੈਂ ਜੋਗੀ ਕੁਛ ਨਹੀਂ ਹੈ ਤੇ ਮੈਂ ਤਾਂ ਅਵਧ ਦਾ ਰਾਜਾ ਗਜਪਤੀ ਦਾ ਲੜਕਾ। ਤੇ ਇਹ ਗੱਲ ਜਾਣ ਕੇ ਰਾਜਾ ਚਤਰਪਤੀ ਬੜਾ ਖੁਸ਼ ਹੁੰਦਾ ਹੈ। ਉਹਨੂੰ ਤੇ ਲੱਗਦਾ ਸੀ ਕਿ ਮੈਂ ਆਪਣੇ ਰਾਜਕੁਮਾਰੀ ਐਵੇਂ ਕਿਸੇ ਜੋਗੀ ਦੇ ਲੜ ਸਾਧ ਦੇ ਲੜ ਲਾਤੀ ਹੈ, ਪਰ ਜਦੋਂ ਉਸਨੂੰ ਪਤਾ ਲੱਗਦਾ ਕਿ ਇਹ ਤਾਂ ਅਵਧ ਦੇ ਰਾਜੇ ਗਜਪਤੀ ਦਾ ਲੜਕਾ ਹੈ ਤੇ ਫਿਰ ਉਹ ਉਸ ਸਵੰਬਰ ਨੂੰ ਆ ਜਿਹੜਾ ਪ੍ਰਵਾਨ ਕਰ ਲੈਂਦਾ। ਸੋ ਕਾਮਰੂਪ ਤੇ ਬਾਕੀ ਸਾਥੀ ਵੀ ਆਪਣੇ ਕਿੱਤੇ ਤੇ ਉਮਰ ਦੇ ਮੁਤਾਬਕ ਕਾਮਲਤਾ ਦੀਆਂ ਸਖੀਆਂ ਜਾਂ ਸਗਲਾਦੀਪ ਦੀਆਂ ਮਟਿਆਰਾਂ ਨਾਲ ਵਿਆਹ ਕਰ ਲੈਂਦੇ ਨੇ।
ਇਹ ਅਸਲ ਦੇ ਵਿੱਚ ਲੋਕ ਕਹਾਣੀਆਂ ਅਨੇਕਾਂ ਰੂੜੀਆਂ, ਇਸ ਦੇ ਵਿੱਚ ਰੂੜੀਆਂ ਜਾਣੀ ਕਿ ਪਲਾਟ ਆਪਣੀ ਗੋਹੇ ਵਾਲੀ ਰੂੜੀ ਨਹੀਂ ਹੁੰਦੀ, ਜਿਹੜੀਆਂ ਮੁੱਢੀਆਂ ਹੁੰਦੀਆਂ ਨੇ ਉਹਨੂੰ ਰੂੜੀ ਵੀ ਕਹਿ ਲਿਆ ਜਾਂਦਾ ਤੇ ਉਸ ਕਥਾ ਦਾ ਸੁਮੇਲ ਹੁੰਦਾ। ਸੋ ਪੰਜਾਬੀ ਸੱਭਿਆਚਾਰ ਨਾਲ ਇਹ ਕਿੱਸਾ ਬਹੁਤ ਘੱਟ ਜੁੜਿਆ, ਇਸ ਕਰਕੇ ਇਹ ਕਿੱਸਾ ਪੰਜਾਬ ਦੇ ਵਿੱਚ ਬਹੁਤਾ ਪ੍ਰਚਲਿਤ ਨਹੀਂ ਹੋ ਸਕਿਆ। ਸੋ ਇਹ ਸੀ ਕਾਮਰੂਪ ਦਾ ਕਿੱਸਾ ਤੇ ਜੋ ਅਹਿਮਦ ਯਾਰ ਨੇ ਲਿਖਿਆ ਸੀਗਾ, ਕਿਉਂਕਿ ਜੋ ਇੰਡੀਅਨ ਹਿਸਟਰੀ ਦੇ ਵਿੱਚ ਜਾਂ ਦੂਜੀਆਂ ਭਾਸ਼ਾਵਾਂ ਦੇ ਵਿੱਚ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਸੀ, ਜਿਸ ਤਰ੍ਹਾਂ ਇਹਦੇ ਵਿੱਚ ਹੁਣ ਮੈਂ ਕਾਮਣ ਦਾ ਜ਼ਿਕਰ ਕਰਾਂ, ਆਪਾਂ ਨੂੰ ਤ੍ਰਿੰਜਣ ਤਾਂ ਯਾਦ ਨੇ ਕਿ ਤ੍ਰਿੰਜਣ ਕੀ ਹੁੰਦੇ ਨੇ, ਪਰ ਜਿਹੜਾ ਕਾਮਣ ਹੈ, ਕਾਮਣ ਦੇ ਬਾਰੇ ਆਪਾਂ ਨੂੰ ਬਹੁਤਾ ਇਲਮ ਨਹੀਂ ਹੈ। ਜਿਸ ਤਰ੍ਹਾਂ ਉਹ ਕਾਮਣ ਦੇ ਵਿੱਚ ਇੱਕ ਪੰਜਾਬਣ ਜ਼ਿਕਰ ਕਰਦੀ ਹੈ ਕਿ ਕਾਮ ਰੂਪ ਨਾ ਜਾਈ, ਉੱਥੋਂ ਦੀਆਂ ਔਰਤਾਂ ਜਿਹੜੀਆਂ ਨੇ ਉਹ ਭੇਡੂ ਬਣਾ ਲੈਂਦੀਆਂ ਨੇ, ਬਲਾ। ਸੋ ਇਹ ਕਾਮਣ ਦੇ ਵਿੱਚ ਗਾਇਆ ਜਾਂਦਾ ਸੀਗਾ ਇਹ ਗੀਤ, ਕਾਮ ਰੂਪ ਨਾ ਜਾਈ ਵਿਟੋਲਾ, ਉੱਥੋਂ ਦੀਆਂ ਨਾਰੀਆਂ ਕਾਮਣ ਹਾਰੀਆਂ, ਭੇਡੂ ਲਣ ਬਣਾਵੇ ਮੈਂ ਵਾਰੀ ਲਾਲ, ਵੇ ਕਰ ਲੈ ਖੇਤੀ ਸਾਬਰੀ, ਨਾ ਕਰੀ ਵੇ ਨਾਬਰੀ, ਤੂੰ ਘਰ ਵਿੱਚ ਬਹਿ ਕੇ ਖਾ ਮੈਂ ਵਾਰੀ ਵੇ ਲਾਲ। ਸੋ ਕਾਮਣ ਵੀ ਪੰਜਾਬੀ ਸੱਭਿਆਚਾਰ ਦਾ ਇੱਕ ਹਿੱਸਾ ਸੀਗਾ। ਕਾਮਣ ਅਸਲ ਦੇ ਵਿੱਚ ਇਹ ਪੰਜਾਬੀ ਲੋਕ ਕਾਵ ਹੈ ਤੇ ਇਹ ਲੋਕ ਕਾਵ ਰੂਪ ਦਾ ਮੁੱਢ ਜਾਦੂ ਟੂਣੇ ਦੇ ਰੂਪ ਦੇ ਵਿੱਚ ਉੱਭਰਿਆ, ਜਿਵੇਂ ਵਿਕਸਿਤ ਹੋ ਕੇ ਪ੍ਰੇਮ ਗੀਤਾਂ ਦੀ ਜਾਣੀ ਕਿ ਜਿਹੜੇ ਲਵ ਸੌਂਗ ਨੇ, ਲਵ ਸਟੋਰੀਜ਼ ਦੇ ਸੌਂਗ ਨੇ, ਉਹਨਾਂ ਦਾ ਰੂਪ ਧਾਰਨ ਕਰ ਗਿਆ। ਸੋ ਕਾਮਣ ਦਾ ਤਾਂਤਰਿਕ ਮਹੱਤਵ ਹੈ। ਇਹ ਲਾੜੇ ਦੇ ਮਨ ਦੇ ਵਿੱਚ ਲਾੜੀ ਪ੍ਰਤੀ ਪਿਆਰ ਪੈਦਾ ਕਰਨ ਅਥਵਾ ਲਾੜੇ ਨੂੰ ਲਾੜੀ ਦੇ ਵਿੱਚ ਵਾਸ ਦੇ ਵਿੱਚ ਰੱਖਣ ਵਾਸਤੇ ਕਾਮਣ ਦੇ ਗੀਤ ਗਾਏ ਜਾਂਦੇ ਨੇ। ਸੋ ਕਾਮਣ ਗਿਣਤੀ ਦੇ ਵਿੱਚ 108 ਮੰਨੇ ਜਾਂਦੇ ਨੇ। ਸੋ ਕਾਮਣ ਪਦ ਕਾਮਨਾ ਤੋਂ ਬਣਿਆ, ਕਾਮਣ ਲਫ਼ਜ਼ ਜਾਣੀ ਕਿ ਕਾਮਨਾ ਤੋਂ ਬਣਿਆ, ਕਿਸੇ ਚੀਜ਼ ਦੀ ਕਾਮਨਾ ਹੋਣੀ, ਇੱਛਾ ਹੋਣੀ, ਚੇਸ਼ਟਾ ਹੋਣੀ। ਪ੍ਰੇਮ ਲਹਿਲ ਜੀ ਕਹਿੰਦੇ ਮੈਂ ਪ੍ਰੇਮ ਮੈਂ ਧਿਆਨ ਨਾਲ ਨਹੀਂ ਪੜ੍ਹਿਆ ਕਿਉਂਕਿ ਇਹਨਾਂ ਦਾ ਨਾਮ ਵੀ ਪਰਮਿੰਦਰ ਹੀ ਹੈ, ਪਰਮ ਲਹਿਲ, ਮੈਂ ਦੂਰੋਂ ਪੜ੍ਹ ਨਹੀਂ ਪਾਇਆ ਠੀਕ ਤਰ੍ਹਾਂ। ਲਹਿਲ ਸਾਹਿਬ ਥੈਂਕ ਯੂ। ਵੈਸੇ ਤਾਂ ਕੋਸ਼ਿਸ਼ ਹੋਵੇ ਪੂਰਾ ਨਾਂ ਲਿਖਿਆ ਹੋਵੇ, ਪਰਮ ਸਿੰਘ ਲਹਿਲ ਹੋਵੇ, ਫਿਰ ਉਹ ਪਤਾ ਨਹੀਂ ਲੱਗਦਾ ਕਿ ਮੇਲ ਫੀਮੇਲ ਦਾ। ਸੋ ਇਸ ਕਰਕੇ ਪਰਮਿੰਦਰ ਮੈਨੂੰ ਤੁਸੀਂ ਲਿਖ ਦਿੱਤਾ ਪਰਮਿੰਦਰ, ਪਰ ਅਜੇ ਵੀ ਨਹੀਂ ਪਤਾ ਕਿ ਪਰਮਿੰਦਰ ਕੌਰ ਲੈ ਲਓ ਜਾਂ ਪਰਮਿੰਦਰ ਸਿੰਘ ਲੈ ਲਓ। ਸੋ ਇਹ ਜਿਹੜਾ ਹੈਗਾ ਫਰਕ ਹੁੰਦਾ। ਸੌਰੀ ਪ੍ਰੇਮ ਜੀ, ਥੈਂਕ ਯੂ। ਪਰਮ ਜੀ ਥੈਂਕ ਯੂ। ਵੈਸੇ ਪ੍ਰੇਮ ਵੀ ਮਾੜਾ ਨਹੀਂ ਹੈ, ਪ੍ਰੇਮਜੀਤ। ਖੈਰ, ਕਾਮਣ ਦੀ ਗੱਲਬਾਤ ਹੋ ਰਹੀ ਸੀ, ਜਿਸ ਦਾ ਅਰਥ ਹੈ ਕਿ ਇੱਕ ਅਜਿਹਾ ਕਰਮਕਾਂਡ ਜੋ ਕਿਸੇ ਇੱਛਾ ਜਾਂ ਕਾਮਨਾ ਦੀ ਪੂਰਤੀ ਲਈ ਕੀਤਾ ਜਾਵੇ। ਸੋ ਵਿਆਹ ਦੇ ਵਕਤ ਜਿਹੜਾ ਲਾੜੇ ਦੀਆਂ ਸਾਲੀਆਂ ਸੀ ਜਾਂ ਹੋਰ ਕੁੜੀਆਂ ਛੰਦਲੀਆਂ ਤੇ ਬੈਠਦੀਆਂ ਹੁੰਦੀਆਂ ਸੀ। ਸੋ ਲਾੜੀ ਦੇ ਆਸ-ਪਾਸ ਝੁਰਮਟ ਪਾ ਕੇ ਬੈਠ ਜਾਂਦੀਆਂ ਸੀ। ਸੋ ਛੰਦਲੀਆਂ ਉੱਤੇ ਬੈਠੀ ਦੁਲਹਨ ਦੇ ਕੋਲ ਇੱਕ ਘੜੇ ਉੱਤੇ ਚਮਕੀਆ ਦੀਵਾ ਬਾਲ ਕੇ ਰੱਖ ਦਿੱਤਾ ਜਾਂਦਾ ਸੀ ਤੇ ਇੱਕ ਥਾਲ ਦੇ ਵਿੱਚ ਤਿਲ ਚੌਲੀ ਪਾਈ ਜਾਂਦੀ ਸੀਗੀ। ਸੋ ਕਾਮਣ ਦੇ ਗੀਤ ਗਾਏ ਜਾਂਦੇ ਸੀਗੇ। ਸੋ ਕੰਨਿਆ ਜਿਹੜੀਆਂ ਕੁੜੀਆਂ ਸੀ ਉਹ ਸਹੇਲੀਆਂ ਨਾਲ ਰਲ ਕੇ ਤਿਲ ਚੌਲੀ ਚੱਬਦੀਆਂ, ਫੱਕਦੀਆਂ ਤੇ ਚੌਮੱਖੀ ਦੇਵੇ ਵੱਲ ਘੜੀ ਮੁੜੀ ਵੇਖਦੀਆਂ। ਸੋ ਇਹ ਧਾਰਨਾ ਸੀ ਕਿ ਤਿਲ ਚੌਲੀ ਚੱਬਣ ਦੇ ਨਾਲ ਲਾੜੇ ਨੂੰ ਕਾਮਣ ਪੈਂਦੇ ਨੇ, ਜਾਣੀ ਕਿ ਚਮੱਖੀ ਦੀਵੇ ਵੱਲ ਵੇਖਣ ਨਾਲ ਲਾੜੀ ਦੇ ਚਿਹਰੇ ਉੱਤੇ ਜਲਾਲ ਆਉਂਦਾ ਹੈ। ਜਲਾਲ ਤਾਂ ਭਾਈ ਆਪੇ ਹੀ ਆਉਣਾ ਜਦੋਂ ਅੱਗ ਦੀ ਲਾਟ ਦਾ ਸੇਕ ਲੱਗੇਗਾ, ਕਿਉਂਕਿ ਜਦੋਂ ਤੁਸੀਂ ਚੱਬਦੇ ਹੋ, ਕੁਛ ਤਿਲ ਚੌਲੀ ਚੱਬਦੇ ਹੋ ਤਾਂ ਤੁਹਾਡਾ ਜਿਵੇਂ ਚਿੰਗਮ ਚੱਬਦੇ ਹੋ, ਤੁਹਾਡਾ ਮੂੰਹ ਐਕਸਰਸਾਈਜ਼ ਕਰਦਾ, ਤੁਹਾਡੇ ਜਿਹੜੇ ਚਿਹਰੇ ਦੇ ਮਸਲ ਨੇ ਉਹ ਉਹਨਾਂ ਦੇ ਵਿੱਚ ਜ਼ਿਆਦਾ ਉਹ ਐਕਟਿਵ ਹੁੰਦੇ ਨੇ। ਸੋ ਇਹਨਾਂ ਚੀਜ਼ਾਂ ਦਾ ਕੋਈ ਥੋੜ੍ਹਾ ਲੌਜਿਕ ਹੁੰਦਾ। ਅੱਜ ਕੱਲ੍ਹ ਲੋਕ ਕੋਈ ਚਿੰਗਮ ਜਾਂ ਕੋਈ ਹੋਰ ਚੱਬਦਾ ਆਪਣੇ ਚਿਹਰੇ ਦੀ ਗਲੋ ਵਾਸਤੇ, ਜਾਂ ਖਾਸ ਕਰਕੇ ਰੂਟੀਨ ਦੇ ਵਿੱਚ ਇਹ ਚੀਜ਼ਾਂ ਕਰੋ। ਹੁਣ ਜਿਵੇਂ ਸਾਡੇ ਪੰਜਾਬੀਆਂ ਦੇ ਮੁੰਡੇ ਕੁੜੀਆਂ ਦੇ ਮੂੰਹ ਆਲੂਆਂ ਵਰਗੇ ਹੋ ਗਏ ਨਾ, ਆਹ ਜਿਹੜੀ ਜਾ ਬਿਊਟੀ ਹੁੰਦੀ ਹੈ, ਜਵਾੜੇ ਦੀ ਜਿਹੜੀ ਬਿਊਟੀ ਹੁੰਦੀ ਹੈ, ਠੋਡੀ ਦੀ, ਜਿਵੇਂ ਠੋਡੀ ਗਿਰੀ ਬਦਾਮਾਂ ਦੀ, ਉਹ ਚੀਜ਼ਾਂ ਪੰਜਾਬ 'ਚੋਂ ਲੋਪ ਹੋ ਗਈਆਂ। ਕਾਰਨ ਪਤਾ ਕੀ ਹੈ ਕਿ ਸਾਡਾ ਲਾਈਫ ਸਟਾਈਲ ਕੀ ਹੋ ਗਿਆ, ਸਾਡੇ ਨਿਆਣਿਆਂ ਤੋਂ ਛੱਲੀਆਂ ਨਹੀਂ ਚੱਬ ਹੁੰਦੀਆਂ, ਗੰਨਾ ਨਹੀਂ ਮਤਲਬ ਚੂਪ ਹੁੰਦਾ, ਉਹ ਗੰਨਾ ਖਾਂਦੇ ਨੇ, ਗਨੇਰੀਆਂ ਖਾਂਦੇ ਨੇ, ਤਾਂ ਹੀ 40 ਰੁਪਏ ਪਾਈਆ ਹੋ ਗਈਆਂ ਗਨੇਰੀਆਂ। ਸੀਜ਼ਨ 'ਚ ਵੀ 20 ਰੁਪਏ ਪਾਈਆ, 80 ਰੁਪਏ ਕਿੱਲੋ ਹੋ ਗਿਆ, ਉਹੀ 3 ਰੁਪਏ ਕਿੱਲੋ ਵਿਕਣ ਵਾਲਾ ਗੰਨਾ। ਸੋ ਉਹ ਜਿਹੜੀ ਜਾ ਬਿਊਟੀ ਆਉਂਦੀ ਹੈ ਨਾ, ਭਾਵੇਂ ਉਹ ਛੋਲੇ ਨੇ, ਸਖਤ ਚੀਜ਼ ਹੈ, ਤੇ ਗੰਨੇ ਆ ਹੈ ਨਾ, ਤੇ ਇਕੱਲੀ ਚਿੰਗਮ ਤੁਸੀਂ ਵੱਡੇ ਹੋ ਕੇ ਚੱਬਦੇ ਹੋ, ਤੇ ਚਿੰਗਮ ਨਾਲ ਜਾ ਬਿਊਟੀ, ਜਵਾੜੇ ਦੀ ਬਿਊਟੀ ਥੋੜ੍ਹੀ ਆਉਣੀ। ਤੁਸੀਂ ਵੇਖੋ ਕਿ ਪੰਜਾਬੀਆਂ ਦਾ ਜਿਹੜਾ ਫੇਸ ਕੱਟ ਹੈ ਉਹ ਕਿੰਨਾ ਕਮਾਲ ਦਾ। ਹੁਣ ਉਹ ਠੋਡੀਆਂ ਤਾਂ ਨਿਕਲਦੀਆਂ ਹੀ ਨਹੀਂ, ਉਹ ਨਿਕਲਣਗੀਆਂ ਵੀ ਕਿੱਥੋਂ ਜਦੋਂ ਜਵਾੜੇ ਦੀ ਐਕਸਰਸਾਈਜ਼ ਹੀ ਨਹੀਂ ਹੋਣੀ, ਪੋਲੀਆਂ ਚੀਜ਼ਾਂ ਖਾਣੀਆਂ, ਉਹੀ ਗੋਲ ਮਟੋਲ ਜਿਹਾ ਮੂੰਹ ਬਣ ਜਾਂਦਾ। ਇਸੇ ਕਰਕੇ ਪੰਜਾਬੀਆਂ ਦਾ ਜਿਹੜਾ ਚਿਹਰਾ ਮੋਹਰ ਹੈ ਨਾ, ਉਹਨਾਂ ਦੇ ਵਿੱਚ ਵੀ ਬਦਲਾਅ ਆਏ ਨੇ। ਸੋ ਇਹ ਜਿਸ ਤਰ੍ਹਾਂ ਤਿਲ ਚੌਲੀ ਫੱਕਦੀਆਂ ਸੀ
ਤੇ ਨਾਲ ਉਸ ਜਿਹੜਾ ਚਮਕੀਆ ਦੀਵਾ ਬਲਦਾ ਸੀਗਾ ਉਹਦੀ ਲਾਟ ਵੱਲ ਵੇਖਦੀਆਂ ਸੀ ਤੇ ਨਾਲ ਕਾਮਣ ਦੇ ਰੋਮਾਂਟਿਕ ਗੀਤ ਗਾਉਂਦੀਆਂ ਸੀਗੀਆਂ। ਸੋ ਜਦੋਂ ਬਰਾਤ ਦਾ ਢੁਕਾ ਹੁੰਦਾ ਸੀ ਤਾਂ ਉਸ ਮਗਰੋਂ ਲਾੜਾ ਤੇ ਲਾੜੀ ਦੇ ਕਮਰੇ ਵਿੱਚ ਆਉਂਦਾ ਤੇ ਲਾੜੀ ਦੀਆਂ ਸਹੇਲੀਆਂ ਤੇ ਭੈਣਾਂ ਕਈ ਤਰ੍ਹਾਂ ਦੇ ਟੂਣੇ ਦੁੱਲੇ ਤੇ ਕਰਦੀਆਂ, ਜਾਣੀ ਸੋਹਣੇ ਸੋਹਣੇ ਗੀਤ ਪ੍ਰੇਮ ਦੇ ਨੌਜਵਾਨੀ ਦੇ ਗਾਉਂਦੀਆਂ, ਜਿਵੇਂ ਜਵਾਨੀ 'ਚ ਬੰਦਾ ਸੁਣਦਾ। ਜਿਵੇਂ ਜੈਮਾਲਾ ਦੇ ਵਕਤ ਦੁੱਲੇ ਨੂੰ ਨੀਵੀਂ ਥਾਂ ਖੜਾ ਕੇ ਫਿਰ ਲਾੜੀ ਨੂੰ ਉੱਚੀ ਥਾਂ ਖੜਾ ਦੇਣਾ। ਸੋ ਉਸ ਵਕਤ ਹੀ ਪ੍ਰਭਾਵ ਪਾ ਦੇਣਾ ਲਾੜੇ ਤੇ। ਜਿਵੇਂ ਹੁਣ ਸਾਡੇ ਮਿੱਥ ਹੈ ਕਿ ਆਨੰਦ ਕਾਰਜ ਦੇ ਵਕਤ ਭਾਈ ਜਿਹੜਾ ਪਹਿਲਾਂ ਉੱਠੂਗਾ ਲਾੜੇ ਤੇ ਲਾੜੀ 'ਚੋਂ ਉਹਦੀ ਟੌਰ ਬਣੀ ਰਹੂਗੀ, ਹੈ ਨਾ। ਇਹ ਚੀਜ਼ਾਂ ਇੱਕ ਮਤਲਬ ਜਿਵੇਂ ਕਹਿੰਦੇ ਨਾ ਕਿ ਲਵ ਐਟ ਫਸਟ ਸਾਈਟ ਹੇਟ ਐਟ ਮਾਈਨਰਿਜ਼ਨ, ਫਸਟ ਇੰਪਰੈਸ਼ਨ, ਤੁਸੀਂ ਫਸਟ ਇੰਪਰੈਸ਼ਨ ਕਿਸੇ ਤੇ ਭਾਰੂ ਹੋ ਜਾਂਦੇ ਹੋ। ਹਾਲਾਂਕਿ ਇਹ ਚੀਜ਼ਾਂ ਦਾ ਬਹੁਤਾ ਮਿੱਥ ਨਹੀਂ ਹੈਗਾ, ਕੋਈ ਲੌਜਿਕ ਨਹੀਂ, ਆਧਾਰ ਨਹੀਂ ਹੈਗਾ, ਪਰ ਇਹ ਹੁੰਦਾ। ਕਿਉਂਕਿ ਤੁਸੀਂ ਵੇਖੋ ਕਿ ਕੁੱਤਾ ਤੁਹਾਡੇ ਤੇ ਉਨੀ ਦੇਰ ਅਟੈਕ ਨਹੀਂ ਕਰਦਾ ਜਿੰਨੀ ਦੇਰ ਤੁਹਾਡੀਆਂ ਅੱਖਾਂ 'ਚ ਘਬਰਾਹਟ ਨਹੀਂ ਦਿਸਦੀ। ਸ਼ੇਰ ਤੁਹਾਡੇ ਤੇ ਉਨੀ ਦੇਰ ਅਟੈਕ ਨਹੀਂ ਕਰਦਾ ਜਿੰਨੀ ਦੇਰ ਤੁਹਾਡੀਆਂ ਅੱਖਾਂ 'ਚ ਘਬਰਾਹਟ ਨਹੀਂ ਦਿਸਦੀ। ਸਰਕਸ ਜਾਂ ਹੋਰਾਂ 'ਚ ਤੁਸੀਂ ਵੇਖੋ ਕਿ ਜਿਹੜੇ ਉਹਨਾਂ ਦੇ ਮਾਸਟਰ ਹੁੰਦੇ ਨੇ ਉਹ ਐਨ ਅੱਖਾਂ 'ਚ ਅੱਖਾਂ ਪਾ ਕੇ ਵੇਖਦੇ ਨੇ। ਤਾਂ ਹੀ ਕਹਿੰਦੇ ਆ ਕਿ ਚੋਰ ਦੇ ਪੈਰ ਨਹੀਂ ਹੁੰਦੇ। ਜਿਹੜਾ ਫੇਸ ਰੀਡਿੰਗ ਹੈ ਨਾ, ਉਹ ਆਪਣੇ ਆਪ ਦੇ ਵਿੱਚ ਬੜੀ ਕਮਾਲ ਦੀ ਸ਼ੈ ਹੁੰਦੀ ਹੈ। ਅੱਖ 'ਚ ਅੱਖ ਪਾ ਕੇ ਵੇਖਣਾ। ਜਦੋਂ ਤੁਸੀਂ ਕਿਸੇ ਕੋਲੋਂ ਕਾਣੇ ਹੁੰਦੇ ਹੋ ਤੁਸੀਂ ਅੱਖ 'ਚ ਅੱਖ ਪਾ ਕੇ ਨਹੀਂ ਵੇਖ ਸਕਦੇ। ਹਾਲਾਂਕਿ ਉਹ ਭਾਵੇਂ ਅੱਖਾਂ ਟੱਡੀ ਜਾਓ ਪਰ ਅੰਦਰੋਂ ਤੁਹਾਡੀ ਜਿਹੜੀ ਫੇਸ ਰੀਡਿੰਗ ਹੈ ਨਾ ਉਹ ਇੰਟੈਲੈਕਚੁਅਲ ਬੰਦੇ ਕਰ ਲੈਂਦੇ ਨੇ। ਹੁਣ ਪੁਲਿਸ ਵਾਲੇ ਕੀ ਹੁੰਦਾ, ਪਹਿਲੇ ਝਟਕੇ ਹੀ ਜਦੋਂ ਕੋਈ ਟੈਕਸੀ 'ਚ ਉਤਰਦਾ ਪਛਾਣ ਜਾਂਦੇ ਨੇ ਕਿ ਯਾਰ ਇਹਦੇ ਕੋਲ ਕਾਗਜ਼ ਪੱਤਰ ਨਹੀਂ ਹੈਗੇ। ਇਸੇ ਤਰ੍ਹਾਂ ਜੱਜ ਹੈ, ਖਾਸ ਕਰਕੇ ਪੁਲਿਸ ਵਾਲੇ ਬਹੁਤ ਪ੍ਰੈਕਟੀਕਲ ਹੁੰਦੇ ਨੇ ਕਿਉਂਕਿ ਉਹਨਾਂ ਦਾ ਵਾਹ ਇਸ ਤਰ੍ਹਾਂ ਦਾ ਪੈਂਦਾ ਹੈ। ਉਹ ਬੰਦੇ ਦੀ ਫੇਸ ਰੀਡਿੰਗ ਬਹੁਤ ਜਲਦੀ ਮਤਲਬ ਜਿਹੜਾ ਹੈਗਾ, ਕਿਉਂਕਿ ਉਹਨਾਂ ਦਾ ਪ੍ਰੋਫੈਸ਼ਨ ਇੱਦਾਂ ਹੁੰਦਾ ਹੈ ਨਾ। ਸੋ ਇੱਦਾਂ ਹੀ ਜਿਹੜੇ ਲੀਡਰ ਨੇ ਉਹ ਵੇਖ ਲੈਂਦੇ ਨੇ ਕਿ ਯਾਰ ਆਹ ਬੰਦਾ ਕਿਸ ਕੰਮ ਲਈ ਆਇਆ। ਅਤੇ ਜਿਹੜੇ ਬਹੁਤ ਸਾਰੇ ਪੰਜਾਬ ਦੇ ਲੀਡਰ ਨੇ ਤੁਸੀਂ ਉਹਨਾਂ ਕੋਲ ਕੰਮ ਕਰਾਉਣ ਵਾਸਤੇ ਜਾਓ ਉਹ ਤੁਹਾਡੇ ਨਾਲ ਅੱਖ ਨਹੀਂ ਮਿਲਾਉਂਦੇ। ਅਤੇ ਅਸੀਂ ਜਿਹੜੇ ਮਤਲਬ ਪਿੰਡ ਦੇ ਸਰਪੰਚ ਨੂੰ ਜਾਂ ਨੰਬਰਦਾਰ ਨੂੰ ਜਾਂ ਤਹਿਸੀਲਦਾਰ ਨੂੰ ਉਹੀ ਜੀ ਕਰਨ ਦੀ ਆਦਤ ਹੁੰਦੀ ਹੈ। ਸਾਡੇ 'ਚ ਉਹ ਕੌਨਫੀਡੈਂਸ ਬਿਲਡ ਨਹੀਂ ਹੁੰਦਾ, ਸਾਡੇ 'ਚ ਉਹ ਹੌਸਲਾ ਨਹੀਂ ਪੈਂਦਾ ਕਿ ਅਸੀਂ ਲੀਡਰ ਨੂੰ ਜਾ ਕੇ ਕਹਿ ਦਈਏ ਕਿ ਕੈਪਟਨ ਸਾਹਿਬ ਆ ਮੇਰਾ ਕੰਮ ਕਰੋ। ਪਿੰਡ ਦਾ ਕੋਈ ਬੰਦਾ ਫੜਾ ਕੇ ਲੈ ਜਾਂਦਾ, ਉੱਥੇ ਜਾ ਕੇ ਤੁਸੀਂ ਹੌਲੀ ਹੌਲੀ ਸਤਿ ਸ਼੍ਰੀ ਅਕਾਲ ਜੀ ਮੇਰਾ ਕੰਮ ਕਰ ਦਿਓ ਜੀ, ਜਦੋਂ ਉਹ ਲੰਘ ਜਾਂਦਾ। ਪ੍ਰਕਾਸ਼ ਸਿੰਘ ਬਾਦਲ ਵੇਖ ਲਓ ਬਹੁਤ ਘੱਟ ਲੋਕਾਂ ਨਾਲ ਅੱਖ ਮਿਲਾਉਂਦੇ ਆ, ਕਿਉਂਕਿ ਜਦੋਂ 15 ਬੰਦੇ ਖੜ੍ਹੇ ਨੇ ਉਹਨਾਂ ਨੇ ਬਸ ਦੂਰੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਸਾਰੇ ਲੀਡਰ ਇੱਦਾਂ ਕਰਦੇ ਆ ਪੰਜਾਬ ਦੇ, ਕਿਉਂਕਿ ਜਦੋਂ ਤੁਸੀਂ ਅੱਖ 'ਚ ਅੱਖ ਪਾਈ ਉਦੋਂ ਹੀ ਤੁਸੀਂ ਕਹਿ ਦੇਣਾ ਜੀ ਮੇਰਾ ਕੰਮ ਕਰੋ। ਜਿਹੜੇ ਤੇਜ਼ ਤਰਾਰ ਬੰਦੇ ਹੁੰਦੇ ਨੇ ਜਿਨ੍ਹਾਂ 'ਚ ਕੌਨਫੀਡੈਂਸ ਹੁੰਦਾ ਉਹ ਕੰਮ ਕਰਵਾ ਜਾਂਦੇ ਨੇ। ਅਦਰਵਾਈਜ਼ ਬੋਲਿਆਂ ਨਾਲ ਤਾਂ ਅੱਖ ਹੀ ਨਹੀਂ ਮਿਲਾਉਂਦੇ, ਮਰਚਰ ਮਸਾਂ 2 ਮਿੰਟ ਮਿਲਣ ਦਾ ਟਾਈਮ ਮਿਲਦਾ। ਜਿਹੜਾ ਪਿੰਡੋਂ ਲੱਗਿਆ ਹੁੰਦਾ ਉਹ ਕਹਿੰਦਾ ਮੈਂ ਤਾਂ ਤੁਹਾਨੂੰ ਬਾਦਲ ਸਾਹਿਬ ਕੈਪਟਨ ਸਾਹਿਬ ਦੇ ਮੂਹਰੇ ਕਰ ਦਿੱਤਾ। ਇਹ ਤਾਂ ਹੁਣ ਤੁਸੀਂ ਕਹਿਣਾ ਸੀ ਨਾ, ਮੈਂ ਥੋੜ੍ਹੀ ਕਹਿਣਾ ਸੀ ਵੀ ਕੰਮ ਕੀ ਹੈ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਬਹੁਤ ਅਸਰ ਪੈਂਦਾ ਤੁਹਾਡੇ ਫਸਟ ਇੰਪਰੈਸ਼ਨ ਦਾ, ਤੁਹਾਡੀ ਅੰਦਰੂਨੀ ਸ਼ਖਸੀਅਤ ਦਾ। ਇਹ ਤਾਂ ਆਉਂਦੀਆਂ ਨੇ ਜੇ ਸਾਨੂੰ ਵਧੀਆ ਐਜੂਕੇਸ਼ਨ ਮਿਲੀ ਹੈ, ਵਧੀਆ ਖਾਨਦਾਨੀ ਗੁਣ ਮਿਲੇ ਨੇ, ਪਰਿਵਾਰ ਦੇ ਵਿੱਚ ਅਸੀਂ ਬੈਠ ਕੇ ਗੱਲ ਕਰ ਸਕਦੇ ਹਾਂ, ਪਰੇ ਪੰਚਾਇਤ ਦੇ ਵਿੱਚ, ਕਲਾਸ ਦੇ ਵਿੱਚ, ਕਿਸੇ ਇਕੱਠ ਦੇ ਵਿੱਚ ਅਸੀਂ ਬੋਲ ਸਕਦੇ ਹਾਂ, ਖੜ੍ਹ ਸਕਦੇ ਹਾਂ। ਇਹ ਚੀਜ਼ਾਂ ਸਾਡੇ 'ਚ ਤਾਂ ਬਿਲਡ ਹੁੰਦੀਆਂ ਨੇ, ਤਾਂ ਪੈਦਾ ਹੁੰਦੀਆਂ ਨੇ। ਖੈਰ ਇਸੇ ਤਰ੍ਹਾਂ ਜਦੋਂ ਵਰਮਾਲਾ ਪਾਈ ਜਾਂਦੀ ਹੈ ਅਤੇ ਉਦੋਂ ਵੀ ਮਤਲਬ ਕੋਸ਼ਿਸ਼ ਹੁੰਦੀ ਹੈ ਕਿ ਲਾੜੇ ਨੂੰ ਠਿੱਠ ਜਿਹਾ ਕਰ ਦੇਵੇ, ਜਾਂ ਜਿਹੜੀਆਂ ਸਾਲੀਆਂ ਨੇ ਉਹ ਉਸ ਵਕਤ ਉਹਨਾਂ ਹੀ ਬੰਦੇ ਨੂੰ ਠਿੱਠ ਕਰਦੀਆਂ ਨੇ ਅਤੇ ਬੰਦਾ ਸਾਰੀ ਉਮਰ ਸਹੁਰੇ ਜਾਂਦਾ ਹੈ, ਲੱਤਾਂ ਕੰਬੀ ਜਾਂਦੀਆਂ ਬਹੁਤਿਆਂ ਦੀਆਂ। ਬਹੁਤ ਸਾਰੇ ਬੰਦੇ ਮੈਂ ਵੇਖੇ ਨੇ ਜਦੋਂ ਸਹੁਰੇ ਜਾਣਗੇ ਜਾਂ ਤਾਂ ਫੀਮ ਖਾ ਕੇ ਜਾਣਗੇ ਅਤੇ ਜਾਂ ਫਿਰ ਉਹ ਸ਼ਰਾਬ ਪੀ ਕੇ ਜਾਣਗੇ ਆਪਣੇ ਆਪ ਨੂੰ ਦਿਲ ਨੂੰ ਤਕੜਾ ਕਰਨ ਵਾਸਤੇ। ਇੱਥੋਂ ਤੱਕ ਕਿ ਨੰਦਾਂ ਦੇ ਵਕਤ ਜਦੋਂ ਆਨੰਦ ਕਾਰਜ ਹੁੰਦੇ ਨੇ ਅਤੇ ਬਹੁਤ ਸਾਰੇ ਲੋਕ ਘਬਰਾਏ ਹੁੰਦੇ ਨੇ, ਉਹਨਾਂ 'ਚ ਕੌਨਫੀਡੈਂਸ ਨਹੀਂ ਹੁੰਦਾ। ਹੁਣ ਤਾਂ ਚਲੋ ਇੱਦਾਂ ਦੇ ਹਾਲਾਤ ਬਣ ਗਏ, ਲੋਕ ਐਕਚੁਅਲੀ ਤੇਜ਼ ਤਰਾਰ ਹੋ ਗਏ ਕਿਉਂਕਿ ਅਸੀਂ ਡਿਬੇਟ ਸਕੂਲਾਂ 'ਚ ਹੋਣ ਲੱਗ ਪਈਆਂ, ਅਸੀਂ ਫੇਸ ਕਰਨ ਲੱਗ ਪਏ ਹਾਂ। ਸੋ ਇਹ ਜਿਹੜਾ ਅਸਲ ਦੇ ਵਿੱਚ ਸਾਡੀ ਲਾਈਫ ਸਟਾਈਲ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਨੇ। ਖੈਰ ਇਸ ਕਰਕੇ ਜਦੋਂ ਉਹ ਮਤਲਬ ਉਹ ਜਿਹੜਾ ਸਾਰਾ ਕੁਛ ਹੁੰਦਾ ਸੀ ਉਸ ਵਕਤ ਲਾੜੇ ਨੂੰ ਨੀਵੀਂ ਥਾਂ ਖੜ੍ਹਾ ਕੇ ਦੁਲਹਨ ਨੂੰ ਉੱਚੀ ਥਾਂ ਖੜ੍ਹਾ ਕੀਤਾ ਜਾਣਾ, ਜਾਣੀ ਕਿ ਲਾੜੇ 'ਤੇ ਪ੍ਰਭਾਵ, ਇਹ ਵੀ ਕਾਮਣ ਦਾ ਇੱਕ ਹਿੱਸਾ ਸੀਗਾ। ਅਤੇ ਇਸ ਦੌਰਾਨ ਕਾਲੇ ਤਿਲਾਂ ਦੇ ਵਿੱਚ ਸ਼ੱਕਰ ਰਲਾ ਕੇ ਲਾੜੇ ਨੂੰ ਖਾਣ ਵਾਸਤੇ ਦਿੱਤੀ ਜਾਂਦੀ। ਜੇ ਵਰ ਖਾ ਲਵੇ ਤਾਂ ਸਾਰੀ ਉਮਰ ਅਖੇ ਵਹੁਟੀ ਦੇ ਵਾਸ 'ਚ ਰਹਿੰਦਾ। ਇੱਦਾਂ ਦੇ ਟੋਟਕੇ ਮਿੱਥਾਂ ਉਹ ਮਤਲਬ ਇੱਕ ਮਿੱਥ ਸੀ ਕਿ ਜੇ ਉਹਨੇ ਕਾਲੇ ਚੌਲ ਸ਼ੱਕਰ 'ਚ ਖਾ ਲਏ ਤਾਂ ਲੜਕੀ ਨੂੰ ਕਹਿਣਾ ਅੱਛਾ, ਉਹਨੂੰ ਵਿਆਹ ਵਾਲੀ ਕੁੜੀ ਨੂੰ ਕਹਿਣਾ ਕਿ ਇਹਨੇ ਤਾਂ ਕਾਲੇ ਜਿਹੜੇ ਸੀ ਕਾਲੇ ਤਿਲ ਖਾ ਲਏ, ਹੁਣ ਆਪਣਾ ਕਾਮਣ ਚੱਲ ਗਿਆ, ਆਪਣਾ ਜਾਦੂ ਚੱਲ ਗਿਆ, ਇਹ ਸਾਰੀ ਉਮਰ ਤੇਰੀ ਜੁੱਤੀ ਥੱਲੇ ਰਹੂ। ਉਹ ਲਾੜੀ ਐਟੋਮੈਟਿਕ, ਉਹ ਕੁਦਰਤੀ ਮਤਲਬ ਫੁੱਲ ਕੌਨਫੀਡੈਂਸ 'ਚ ਹੋ ਜਾਂਦੀ ਹੈ ਨਾ, ਇੱਕ ਮਤਲਬ ਵਹਿਮ ਪਾਲ ਲੈਂਦੀ ਹੈ। ਸੋ ਧਾਰਨਾ ਇਹ ਹੈ ਕਿ ਕਾਲੇ ਤਿਲ ਖਾਣ ਵਾਲਾ ਤੇ ਤਿਲ ਖਵਾਉਣ ਵਾਲੇ ਦੇ ਬਸ 'ਚ ਹੋ ਜਾਂਦਾ।
ਜਦੋਂ ਛੰਦਲੀਆਂ ਤੇ ਵਰ ਤੇ ਕੰਨਿਆ ਬਹਿੰਦੇ ਨੇ ਤਾਂ ਇੱਕ ਦੂਜੇ ਨੂੰ ਮਿਲਦੇ ਨੇ। ਇਸ ਲਈ ਪ੍ਰਭਾਵ ਨੂੰ ਗਹਿਰਾ ਕਰਨ ਵਾਸਤੇ ਇੱਥੇ ਲਾੜੇ ਨੂੰ ਕਾਮਣ ਪਾਏ ਜਾਂਦੇ ਨੇ। ਵਿਆਹ ਵੇਲੇ ਗਾਏ ਜਾਂਦੇ ਇਹਨਾਂ ਕਾਮਣ ਗੀਤਾਂ ਨੂੰ, ਇਹਨਾਂ ਨੂੰ ਕਾਮਣ ਦੇ ਗੀਤ ਕਿਹਾ ਜਾਂਦਾ ਹੈ। ਜਾਣੀ ਕਿ ਆਪਣੀ ਲਾੜੀ ਦੀ ਤਾਰੀਫ ਜ਼ਿਆਦਾ ਕੀਤੀ ਜਾਂਦੀ ਹੈ। ਉਹ ਮੈਂ ਤੁਹਾਨੂੰ ਟੱਪੇ ਦੱਸਦਾ ਕੀ ਹੁੰਦੀਆਂ ਨੇ ਉਹ। ਐਸਾ ਕਾਮਣ ਕਰਵੇ ਮੇਰੀ ਬੀਬੀ, ਕਾਨ ਤੇਰੇ ਵਸ ਹੋਵੇ। ਕਾਨ ਜਾਣੀ ਕਿ ਲਾੜਾ। ਪੀਵੇ ਤੇ ਪਕਾਵੇ ਨਾਲੇ ਗੋਹੇ ਚੁਣ ਚੁਣ ਲਿਆਵੇ। ਜਾਣੀ ਕਿ ਉਹ ਪੀਵੇ ਵੀ ਤੇ ਪਕਾਵੇ ਵੀ, ਰੋਟੀ ਟੁੱਕ ਵੀ ਕਰੇ ਤੇ ਗੋਹੇ ਵੀ ਚੁਣ ਚੁਣ ਲਿਆਵੇ। ਹੋਰਨਾਂ ਦੇ ਕਾਮਣ ਉਰਲੇ ਪਰਲੇ, ਬੀਬੀ ਦਾ ਕਾਮਣ ਸਾਵੇ। ਇਸ ਤਰ੍ਹਾਂ ਕਈ ਵਾਰੀ ਤੀਲੀਆਂ ਜੋੜ ਕੇ ਉਹਨਾਂ ਦੇ ਵਿੱਚ ਮੰਤਰ ਫੂਕ ਕੇ ਲਾੜੇ ਨੂੰ ਟਪਾਇਆ ਜਾਂਦਾ ਤੇ ਗੀਤ ਗਾਏ ਜਾਂਦੇ ਨੇ। ਲਾੜੇ ਨੂੰ ਤੀਲੜੀਆਂ ਵੇ, ਲਾੜੇ ਨੂੰ ਤੀਲੜੀਆਂ ਵੇ, ਲਾੜੇ ਨੂੰ ਡਾਢੇ ਕਾਮਣ ਪਾਈਏ, ਉਮਰ ਭਰ ਲੀਲੜੀਆਂ ਵੇ, ਹੈ ਨਾ। ਸੋ ਇਹ ਜਿਹੜਾ ਸੀਗਾ ਕਿ ਇਸ ਤਰ੍ਹਾਂ ਮਤਲਬ ਗੀਤ ਗਾ ਕੇ ਜਾਂ ਇਸ ਤਰ੍ਹਾਂ ਕਰਕੇ ਇੱਕ ਲਾੜੀ ਦਾ ਪ੍ਰਭਾਵ ਪਾਇਆ ਜਾਂਦਾ। ਕਿਉਂਕਿ ਉਸ ਵਕਤ ਹੁੰਦਾ ਕੀ ਸੀ ਕਿ ਔਰਤਾਂ, ਕੁੜੀਆਂ ਨੇ ਜਿਹੜੀਆਂ ਲੜਕੀਆਂ ਨੇ, ਉਹ ਬਹੁਤੀਆਂ ਪੜ੍ਹ ਲਿਖ ਨਹੀਂ ਸੀ ਪਾਉਂਦੀਆਂ, ਸੁਸਾਇਟੀ 'ਚ ਨਹੀਂ ਸੀ ਵਿਚਰ ਸਕਦੀਆਂ। ਸੋ ਇਸ ਕਰਕੇ ਇਸ ਕਾਮਣ ਦੇ ਵਕਫੇ ਦੇ ਦੌਰਾਨ ਉਹਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਮੋਟੀਵੇਟ ਕੀਤਾ ਜਾਂਦਾ ਸੀ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਜਿਹੜੀ ਹੈ ਕੀਤੀ ਜਾਂਦੀ ਸੀ। ਲਓ, ਇਹ ਸੀ ਗੱਲਬਾਤ ਵਿਰਾਸਤ ਦੀ। ਅਤੇ ਹੁਣ ਗੱਲ ਕਰਾਂਗੇ ਸਿਆਸਤ ਦੀ ਅਤੇ ਰਾਜਨੀਤਿਕ ਮਾਮਲਿਆਂ ਦੇ ਮਾਹਰ ਸਾਹਿਬ ਸੁਰਿੰਦਰ ਸਿੰਘ ਹੋਰਾਂ ਨਾਲ ਜੁੜਾਂਗੇ। ਅਤੇ ਇਸ ਵਕਤ ਤੁਸੀਂ ਕੋਈ ਗੱਲ ਕਰਨੀ ਹੋਵੇ ਤਾਂ ਫੋਨ ਲਾਈਨ ਇਸ ਵਕਤ ਖੁੱਲ੍ਹੀਆਂ ਨੇ। 9876609655 'ਤੇ ਤੁਸੀਂ ਵਟਸਐਪ ਜਾਂ ਸਿੰਪਲ ਕਾਲ ਵੀ ਕਰ ਸਕਦੇ ਹੋ। ਅਤੇ ਇਸ ਸਿਲਸਿਲੇ ਵਿੱਚ ਕੁਝ ਸਵਾਲ ਆਏ ਨੇ। ਮੇਰੀ ਕੋਸ਼ਿਸ਼ ਹੈ ਮੈਂ ਸਵਾਲ ਵੀ ਸਾਂਝੇ ਕਰ ਲਾਂ। ਤੁਹਾਡੇ ਜਿਹੜੇ YouTube 'ਤੇ ਕਮੈਂਟ ਆਏ ਨੇ। ਜਸਵਿੰਦਰ ਸਿੰਘ, ਆਵਾਜ਼ ਦੀ ਦਿੱਕਤ ਸੀ ਜੀ, ਆ ਗਈ ਹੈ। ਅਤੇ ਇਸੇ ਦੌਰਾਨ ਦਿਦਾਰ ਸਿੰਘ, ਸਤਿ ਸ਼੍ਰੀ ਅਕਾਲ। ਗੁਰਜੀਤ ਸਿੰਘ ਸੰਧੂ, ਸਰਬਜੀਤ ਕੌਰ, ਮਨਦੀਪ, ਦੀਪਾ ਅਤੇ ਦੁਆਵਾਂ ਭੈਣ ਸਰਬਜੀਤ, ਮਿਹਰਬਾਨੀ। ਮੱਖਣ ਸਿੰਘ, ਪਰਮਜੀਤ ਕੌਰ ਐਂਡ ਹਰਿੰਦਰ ਸਿੰਘ, ਰਮੇਸ਼ ਚੰਦਰ ਕੌਸ਼ਿਕ ਸਾਹਿਬ ਹਰਿਆਣਾ ਤੋਂ ਲਿਖਦੇ ਨੇ, ਸਤਿ ਸ਼੍ਰੀ ਅਕਾਲ। ਡਾਕਟਰ ਮਲਕੀਤ ਪੱਟੀ ਤੋਂ, ਥੈਂਕ ਯੂ ਜੀ। ਗਜ਼ਲ ਸ਼ਰਮਾ, ਧੰਨਵਾਦ। ਰਸ਼ਪਾਲ ਸਿੰਘ ਚੰਗੇਰਾ ਅਤੇ ਸਰਬਜੀਤ ਕੌਰ ਕਹਿੰਦੇ ਵਿਰਾਸਤ ਦਾ ਪਤਾ ਲੱਗਦਾ ਜੀ, ਬਹੁਤ ਸਾਰਾ ਇਤਿਹਾਸ ਇਕੱਠਾ ਕਰਕੇ ਲੈ ਆਉਂਦੇ ਹੋ, ਥੈਂਕ ਯੂ। ਅਤੇ ਇਸੇ ਦੌਰਾਨ ਗਜ਼ਲ ਸ਼ਰਮਾ, ਉਗਰਾਹਾਂ ਤੁਹਾਡਾ ਜਿੰਦਾਬਾਦ, ਕਿਆ ਬਾਤ ਹੈ। ਸੁਖਪਾਲ ਦਰਿਆ ਜੀ, ਥੈਂਕ ਯੂ। ਅਤੇ ਇਸ ਦੌਰਾਨ ਅਗਲੇ ਕਾਲਰ ਨੇ, ਆਪਣੇ ਲਿਸਨਰ ਨੇ ਜਿਨ੍ਹਾਂ ਨੇ ਕਮੈਂਟ ਕੀਤਾ, ਪਰਮ ਲਹਿਲ ਸਾਹਿਬ ਕਹਿੰਦੇ ਕਿਹੜੇ ਚੱਕਰਾਂ 'ਚ ਪੈ ਗਏ ਹੋ, ਅਨੁਵਾਦ ਕੀਤੀਆਂ ਕਹਾਣੀਆਂ 'ਚ ਉਹ ਗੱਲ ਨਹੀਂ ਹੁੰਦੀ ਜਿਹੜੀ ਅਸਲੀ ਕਿੱਸਿਆਂ 'ਚ ਹੁੰਦੀ ਆ। ਹਾਂ, ਅਸਲੀ ਕਿੱਸਿਆਂ 'ਚ ਰੰਗਤ ਹੋਰ ਹੁੰਦੀ ਹੈ ਜੀ, ਉਹਨਾਂ ਨੂੰ ਗਾਉਣ ਦਾ ਵੀ ਅੰਦਾਜ਼ ਹੁੰਦਾ ਹੈ, ਪਰ ਉਹ ਕਿੱਸੇ ਬਹੁਤ ਵੱਡੇ ਵੱਡੇ ਨੇ ਲਹਿਲ ਸਾਹਿਬ, ਇੰਨੀ ਜਲਦੀ ਇਕੱਠੇ ਨਹੀਂ ਕੀਤੇ ਜਾਂਦੇ। ਅਤੇ ਇਸ ਕਰਕੇ ਸੰਖੇਪ ਦੇ ਵਿੱਚ ਉਸ ਦੀ ਸਟੋਰੀ ਅੰਸ਼ ਕੀ ਹੈ, ਉਸ ਦੀ ਪ੍ਰੈਸੀ ਕੀ ਹੈ, ਉਸ ਦਾ ਸਾਰ ਅੰਸ਼ ਕੀ ਹੈ, ਤੁਹਾਡੇ ਨਾਲ ਸਾਂਝਾ ਕੀਤਾ। ਅਤੇ ਗਿਆਨ ਸਿੰਘ ਜੀ, ਥੈਂਕ ਯੂ। ਐਂਡ ਇਸੇ ਦੌਰਾਨ ਸਰਬਜੀਤ ਸਿੰਘ ਅਤੇ ਮਨਦੀਪ, ਦੀਪਾ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ। ਕੁਲਵੀਰ ਜਵੰਦਾ ਸਾਹਿਬ ਅਤੇ ਰਮੇਸ਼ ਚੰਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਜੈ ਜਵਾਨ ਜੈ ਕਿਸਾਨ। ਹਿੰਦੀ 'ਚ ਇਹਨਾਂ ਨੇ ਲਿਖਿਆ, ਮੈਂ ਤੁਹਾਨੂੰ ਸੁਣ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਕੂਲ ਦੇ ਵਿੱਚ ਜਾ ਕੇ ਪੰਜਾਬੀ ਸਿੱਖ ਰਿਹਾ ਤਾਂ ਕਿ ਮੈਂ ਪੰਜਾਬੀ ਦੇ ਵਿੱਚ ਕਮੈਂਟ ਕਰ ਸਕੂੰ। ਕਿਆ ਬਾਤ ਹੈ ਜੀ। ਨਹੀਂ, ਕੋਈ ਨਹੀਂ ਜੀ, ਤੁਸੀਂ ਪੰਜਾਬੀ 'ਚ ਕਰੋ, ਹਿੰਦੀ 'ਚ ਕਰੋ। ਕੌਸ਼ਿਕ ਸਾਹਿਬ ਹਰਿਆਣੇ ਤੋਂ ਨੇ ਵੈਸੇ, ਕਹਿੰਦੇ ਗੁਰੂ ਘਰ ਜਾ ਕੇ, ਸਕੂਲ ਜਾ ਕੇ ਕਹਿੰਦੇ ਪੰਜਾਬੀ ਸਿੱਖ ਰਹੇ ਹਾਂ। ਅਤੇ ਬਲਦੇਵ ਸਿੰਘ ਬਠਿੰਡਾ ਤੋਂ, ਥੈਂਕ ਯੂ। ਮਨਦੀਪ ਸਿੰਘ, ਥੈਂਕ ਯੂ। ਅਤੇ ਇਸੇ ਦੌਰਾਨ ਤੁਸੀਂ ਮੇਰੇ ਨਾਲ ਕੋਈ ਗੱਲ ਕਰਨੀ ਹੋਵੇ ਤਾਂ 987660095655 'ਤੇ ਕਾਲ ਕਰ ਸਕਦੇ ਹੋ। ਅਤੇ ਨਾਲ ਇਸ ਦੇ ਵਿੱਚ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਾਉਣਾ ਚਾਹੋ ਤਾਂ ਤੁਹਾਡਾ ਸਵਾਗਤ ਹੈ। ਸਾਡੇ ਇਹਨਾਂ ਪ੍ਰੋਗਰਾਮਾਂ ਦੇ ਸਪਾਂਸਰ ਨੇ ਸੁਖੀ ਘੁੰਮਣ ਬੇਕਰਸਫੀਲਡ ਤੋਂ, ਅਤੇ ਇਹਨਾਂ ਦਾ ਵੀ ਧੰਨਵਾਦ ਹੈ। ਅਤੇ tiwanaradio.com ਵੈਬਸਾਈਟ 'ਤੇ ਜਾ ਕੇ ਤੁਸੀਂ ਸਾਡੀਆਂ ਜਿਹੜੀਆਂ ਐਪਸ ਨੇ ਉਹ ਡਾਊਨਲੋਡ ਕਰ ਸਕਦੇ ਹੋ, ਜੋ ਤੁਹਾਨੂੰ ਮਿਲਣਗੀਆਂ। ਐਪਸ ਜਿਹੜੀਆਂ ਨੇ ਉਹ ਮਿਲਣਗੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਸ ਤੁਹਾਨੂੰ ਮਿਲਣਗੀਆਂ। ਅਤੇ ਕਾਲ ਟੂ ਲਿਸਨ ਨੰਬਰ ਹੈ US ਦਾ 667-930-9260। ਅਤੇ ਇਸ ਦੇ ਨਾਲ ਮੇਰੇ ਨਾਲ ਕੋਈ ਗੱਲ ਕਰਨੀ ਹੋਵੇ ਤਾਂ 9876609655 'ਤੇ ਕਾਲ ਕਰ ਸਕਦੇ ਹੋ। ਅਤੇ ਇਸ ਦੇ ਬਾਰੇ, ਇਹ ਪ੍ਰੋਗਰਾਮ ਵਿਰਾਸਤ ਦੇ ਪ੍ਰੋਗਰਾਮ ਤੁਹਾਨੂੰ ਕਿੱਦਾਂ ਲੱਗੇ ਨੇ, ਇਹਦੇ ਬਾਰੇ ਕਮੈਂਟ ਜ਼ਰੂਰ ਵਾਲ 'ਤੇ ਕਰਕੇ ਜਾਣਾ। ਅਤੇ ਬਹੁਤ ਬਹੁਤ ਧੰਨਵਾਦ। ਟਿਵਾਣਾ ਰੇਡੀਓ ਸੁਣਦੇ ਰਹੋ। ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਇਸ ਮੁਤਲਕ ਦੱਸੋ।